ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ, ਸਿਰ ਦੀਜੈ ਕਾਨ ਨਾ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਨਰੈ ਦੀਨ ਕੇ ਹੇਤੁ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾੜੈ ਕੇ, ਕਬਹੂ ਨਾ ਛਾੜੈ ਕੇ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗੜੀ। ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤੜੀ ਤੇ ਆਵੀਂ, ਹਾਂ ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਰੱਖ ਕੇ ਤੜੀ ਤੇ ਆਵੀਂ, ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਰੱਖ ਕੇ ਤੜੀ ਤੇ ਆਵੀਂ, ਲੰਘਣਾ ਜੇ ਪ੍ਰੇਮ ਦੀ ਗਲੀ। ਜਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ। ਜਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ। ਜਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ। ਜਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ। ਜਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ। ਜਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ। ਮਲ ਲੱਖਾਂ ਕੁਸ਼ਤੀ ਲੜ ਲੈਂਦੇ, ਮਲ ਲੱਖਾਂ ਕੁਸ਼ਤੀ ਲੜ ਲੈਂਦੇ, ਮਲ ਲੱਖਾਂ ਕੁਸ਼ਤੀ ਲੜ ਲੈਂਦੇ। ਮਨ ਲੱਖਾਂ ਕੁਸ਼ਤੀ, ਮਨ ਲੱਖਾਂ ਕੁਸ਼ਤੀ ਲੜ ਲੈਂਦੇ। ਮਨ ਲੱਖਾਂ ਕੁਸ਼ਤੀ ਲੜ ਲੈਂਦੇ। ਹੰਕਾਰ ਨੂੰ ਟਾਉਣਾ ਔਖਾ ਏ, ਹੰਕਾਰ ਨੂੰ ਟਾਉਣਾ ਔਖਾ ਏ। ਟਾਉਣਾ ਔਖਾ ਏ, ਹੰਕਾਰ ਨੂੰ ਟਾਉਣਾ, ਹੰਕਾਰ ਨੂੰ ਟਾਉਣਾ
ਚਾਰ ਵਾਰੇ, ਕਲਗੀਧਰ ਨੇ ਚਾਰ ਵਾਰੇ। ਮੇਰੇ ਕਲਗੀਧਰ ਨੇ ਚਾਰ ਵਾਰੇ, ਕਲਗੀਧਰ ਨੇ ਚਾਰ, ਮੇਰੇ ਕਲਗੀਧਰ ਨੇ ਚਾਰ ਵਾਰੇ, ਕਲਗੀਧਰ ਨੇ ਚਾਰ ਵਾਰੇ। ਪੁੱਤ ਇੱਕ ਮਰਵਾਉਣਾ ਔਖਾ ਏ, ਪੁੱਤ ਇੱਕ ਮਰਵਾਉਣਾ ਔਖਾ ਏ, ਪੁੱਤ ਇੱਕ ਮਰਵਾਉਣਾ ਔਖਾ ਏ, ਪੁੱਤ ਇੱਕ ਮਰਵਾਉਣਾ, ਪੁੱਤ ਇੱਕ ਮਰਵਾਉਣਾ ਔਖਾ ਏ, 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 ਪੁੱਤ ਇੱਕ ਮਰਵਾਉਣਾ ਔਖਾ, ਪੁੱਤ ਇੱਕ ਮਰਵਾਉਣਾ ਔਖਾ ਏ, ਪੁੱਤ ਇੱਕ ਮਰਵਾਉਣਾ ਔਖਾ ਏ। ਸਿਰ ਰੱਖ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤਲੀ ਤੇ ਆ ਜਾ, ਸਿਰ ਰੱਖ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗੜੀ। ਸਿਰ ਰੱਖ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗੜੀ। ਵਾਹਿਗੁਰੂ ਜੋ ਤੋ ਪ੍ਰੇਮ ਖਿਲਣ ਕਾ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ। ਮਨ ਲੋਚੈ ਗੁਰ ਦਰਸ਼ਨ ਤਾਈ। ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਲੋਚੈ
संगत सच्चे पातशाह की हजूरी विच बैठिए सारे जाने गज वज के फतेह बुलाइए। वाहिगुरु जी का खालसा वाहिगुरु जी की फतेह। दुख दारू सुख रोग पाया। अज बैठना औखा लगदा भी बैठे आ, मन किते जांदा कदी किते जांदा कदी किहड़े काम नूं जांदा, पर नहीं दुख दारू बनदा। हुण बैठना औखा लगदा ने दवाई बन जाना। सुख रोग पाया, सुख ने रोग बन जाना। जिहड़ा लम्मे पै के आपां मोबाइल वेखी जाना जां टीवी वेखी जाना, ये चीज़ां रोग बननियां ने। पर जिहड़ा संगत 'च बह के कोई गुण लै जाना, ਉਹਦਾ फायदा मिल जाना। हरेक फायदे नूं ही बंदा चलदा घरों। जे शहर जा रहा है तो कोई ना कोई फायदे नूं ਚੱਲਿਆ भी कोई चीज़ लैके आवांगा। जे दिहाड़ी लाउण जा रहा तो दिहाड़ी करन जा रहा, पैसे वास्ते जा रहा। जे बंदा संगत च आउंदा तां भी फायदे नूं ही आउंदा। आखो सतनाम श्री। पर इहदा फायदा सदा वास्ते फायदा है। संगत दा इंसान मरण तो बाद सदा ही जिंदा रहिंदा है। कदी किसे जूनी च कदी किसे जूनी च, मरदा कोई भी नहीं। कौन मुआ रे कौन मुआ, ब्रह्म ज्ञानी बिल करो बेचारा, यह तो चलत पाया। कहंदे केड़ा मरिया, कोई भी नहीं मरिया, ये तो एक चलत है बस। चलदा जांदा चक्कर, चलदा जांदा कदी कुत्ता बनदा, कदी गधा बनदा, कदी कीड़ा बनदा। पर हुण आपां नूं सब तो उत्तम जून मिली है मानुख दे। पर ਇਹ ਦੇਹ ਇਹੋ ਜਿਹੀ, ਇਸ ਦੇਹੀ ਦੇ ਵਿੱਚ ਹੀ ਆਪਾਂ ਰਹਿ ਕੇ ਪਰਮੇਸ਼ਰ ਦੇ ਦਰਸ਼ਨ ਕਰ ਸਕਦੇ ਹਾਂ। ਇਸ ਦੇਹੀ ਦੇ ਵਿੱਚ ਰਹਿ ਕੇ ਆਪਾਂ ਨਰਕਾਂ ਦੇ ਵੀ ਭਾਗੀ ਬਣ ਸਕਦੇ ਹਾਂ। ਇਹ ਬੰਦੇ ਦੇ ਹੱਥ ਵੀ ਮੈਂ ਜਾਣਾ ਕਿੱਧਰ ਨੂੰ ਹੈ। ਵੇਖੋ ਜਦੋਂ ਆਪਾਂ ਕਿਤੇ ਮੜੀਆਂ ਦੇ ਕੋਲੋਂ ਲੰਘੀਏ ਤੇ ਆਪਾਂ ਨੂੰ ਡਰ ਆਉਂਦਾ। ਕਿਉਂ ਡਰ ਆਉਂਦਾ? ਡਰ ਲੱਗਦਾ ਵੀ ਇੱਥੇ ਲਿਆ ਕੇ ਸਾੜਿਆ ਜਾਂਦਾ, ਇੱਥੇ ਭੂਤ ਨੇ, ਇੱਥੇ ਉਹ ਇੱਥੇ ਆਏ। ਪਰ ਨਹੀਂ ਸੰਗਤੇ, ਉਹੀ ਅਸਲ ਘਰ ਹੈ। ਉੱਥੇ ਹੀ ਅਸਲ ਘਰ ਹੈ। ਉੱਥੋਂ ਆਵਾਜ਼ ਆਉਂਦੀ ਹੈ, ਇੱਕ ਗੋਰ ਨੇ ਮਾਣੀ ਸੱਦ ਕਰੇ ਨਗਰਿਆਂ ਘਰ ਆਓ। ਮੜੀਆਂ 'ਚ ਇੱਕ ਆਵਾਜ਼ ਕਿ ਆਉਂਦੀ ਹੈ, ਇੱਥੇ ਆ ਜਾ ਸੱਚੇ ਘਰ। ਉਹ ਬੇਕਰਿਆ ਘਰ ਆ ਜਾ, ਕਬਰਾਂ ਉਡੀਕਦੀਆਂ। ਬੇਕਰਿਆ ਘਰ ਆ ਜਾ, ਕਬਰਾਂ ਉਡੀਕਦੀਆਂ। ਕਰਿਆ ਕਰ ਆ ਜਾ, ਕਬਰਾਂ ਡੀਕਦੀਆਂ। ਨੇ ਕਰਿਆ ਕਰ ਆ ਜਾ, ਕਬਰਾਂ ਡੀਕ। ਨੇ ਕਰਿਆ ਕਰ ਆ ਜਾ, ਕਬਰਾਂ ਡੀਕਦੀਆਂ। ਨੇ ਕਰਿਆ ਕਰ ਆ ਜਾ, ਕਬਰਾਂ ਡੀਕਦੀਆਂ। ਓਏ ਬੇਕਰਿਆ ਕਰ ਆ ਜਾ, ਬੇਕਰਿਆ ਕਰ ਆ ਜਾ। ਕਰਿਆ ਕਰ ਆ ਜਾ, ਬੇਕਰਿਆ ਕਰ ਆ। ਬੇਕਰਿਆ ਕਰ ਆ ਜਾ, ਬੇਕਰਿਆ ਕਰ ਆ ਜਾ। ਓਏ ਬੇਕਰਿਆ ਕਰ ਆ ਜਾ, ਬੇਕਰਿਆ ਕਰ ਆ ਜਾ। ਬੇਕਰਿਆ ਕਰ ਆ ਜਾ, ਬੇਕਰਿਆ ਕਰ ਆ ਜਾ। ਹਾਂ ਬੇਕਰਿਆ ਕਰ ਆ ਜਾ, ਬੇਕਰਿਆ ਕਰ ਆ ਜਾ। ਬੇਕਰਿਆ ਕਰ ਆ ਜਾ, ਕਬਰਾਂ ਉਡੀਕਦੀਆਂ। 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 ਬੇਕਰਿਆ ਕਰ ਆ ਜਾ, ਕਬਰਾਂ ਡੀਕਦੀਆਂ। ਬੇਕਰਿਆ ਕਰ ਆ ਜਾ, ਕਬਰਾਂ ਉਡੀਕਦੀਆਂ। ਗੋਰ ਨਿਮਾਣੀ ਛੱਡ ਕਰੇ ਨੇ ਕਰਿਆ ਘਰ ਆਓ। ਪਰ ਅਸਲ ਘਰ ਹੀ ਹੋਈ, ਆਪਾਂ ਉੱਥੋਂ ਕੰਨੀ ਕਤਰਾਉਂਦੇ ਆ। ਅੱਜ ਕੱਲ ਦਾ ਜ਼ਮਾਨਾ ਬਦਲਦਿਆਂ ਇਹੋ ਜਿਹਾ ਹੋ ਗਿਆ ਵੀ ਗੁਰੂ ਘਰ ਵੀ ਆਪਾਂ ਹੁਣ ਇੱਕ ਫੈਸ਼ਨ ਦੇ ਹਿਸਾਬ ਨਾਲ ਹੀ ਜਾਂਦੇ ਆ, ਵੀ ਜਿਵੇਂ ਇੱਕ ਟ੍ਰੈਂਡ ਚੱਲ ਰਿਹਾ। ਮੱਥਾ ਟੇਕਣਾ ਨਾਲ ਦੀ ਨਾਲ ਵਾਪਸ ਆ ਜਾਣਾ। ਪਰ ਨਹੀਂ, ਇਨਸਾਨ ਨੂੰ ਜੇ ਕਹਿ ਦਈਏ ਨਾ ਬਾਣੀ ਪੜ੍ਹ ਲਾ, ਉਹ ਕਹੇਗਾ ਮੈਂ ਵਿਹਲਾ ਨਹੀਂ। ਜੇ ਆਪਾਂ ਕਹਿ ਦਈਏ ਨਾ ਫਲਾਣੀ ਥਾਂ ਜਾ, ਉੱਥੇ ਦਿਹਾੜੀ
1500 2000 ਮਿਲਦੀ ਵੀ 400 ਦੀ ਬਜਾਏ ਭੱਜ ਕੇ ਜਾਂਦਾ। ਕਿਉਂ? ਉਹਨੂੰ ਕੰਮ ਸਮਝਦਾ, ਇਹਨੂੰ ਕੰਮ ਨਹੀਂ ਸਮਝਦਾ। ਝੂਠ ਨੂੰ ਸੱਚ ਮੰਨਦਾ ਤੇ ਸੱਚ ਨੂੰ ਝੂਠ ਮੰਨ ਰਿਹਾ, ਪਰ ਕੋਈ ਫਾਇਦਾ ਨਹੀਂ ਨਿਕਲਣਾ। ਅੰਤ ਵੇਲੇ ਕੁਛ ਵੀ ਨਹੀਂ ਹੱਥ ਆਉਣਾ। ਹੱਥ ਮਰੋੜਾ ਤਨ ਕਪੈ ਸਿਆਹੋ ਹੋਆ ਸੇਤ। ਹੱਥ ਮੁੜ ਜਾਂਦੇ ਨੇ ਅਖੀਰ ਦੇ ਵੇਲੇ, ਰੰਗ ਕਾਲਾ ਹੋ ਜਾਂਦਾ। ਫਿਰ ਕੀਤੀਆਂ ਕਰਤੂਤਾਂ ਬੰਦੇ ਨੂੰ ਯਾਦ ਆਉਂਦੀਆਂ ਨੇ, ਮੈਂ ਆ ਵੀ ਕੀਤਾ, ਮੈਂ ਆ ਵੀ ਕੀਤਾ। ਹਰੇਕ ਚੀਜ਼ ਦਾ ਲੇਖਾ ਹੈ, ਪਰ ਇਨਸਾਨ ਵਿਹਲਾ ਹੋਵੇ ਤੇ ਰੱਬ ਨੂੰ ਯਾਦ ਕਰੇ। ਵਿਹਲਾ ਕਿਵੇਂ ਨਹੀਂ ਹੁੰਦਾ? ਇੱਕ ਵਾਰ ਇੱਕ ਰਬਾਬ ਵਜਾਉਣ ਵਾਲਾ ਭੁੱਖਾ ਸੀ, ਰਬਾਬ ਵਜਾ ਕੇ ਹੀ ਰੋਟੀ ਖਾਂਦਾ ਸੀ। ਕਿਸੇ ਨੇ ਉਹਦੀ ਰਬਾਬ ਨਾ ਸੁਣੀ। ਸਵੇਰ ਦਾ ਭੁੱਖਾ ਹੈ, ਸ਼ਾਮਾਂ ਪੈ ਗਈਆਂ। ਉਹ ਜਾ ਕੇ ਇੱਕ ਸੇਠ ਦੇ ਕੋਲ ਤਰਲਾ ਕੀਤਾ ਉਹਨੇ। ਕਹਿੰਦਾ ਸੇਠ ਜੀ ਕਿਰਪਾ ਕਰੋ। ਸੇਠ ਕਹਿੰਦਾ ਦੱਸ। ਕਹਿੰਦਾ ਜੀ ਮੇਰੀ ਰਬਾਬ ਸੁਣ ਲਓ ਤੇ ਮੈਨੂੰ 2 ਰੁਪਏ ਦੇ ਦਿਓ, ਮੈਂ ਰੋਟੀ ਖਾਣੀ ਹੈ। ਸੇਠ ਕਹਿੰਦਾ ਮੇਰੇ ਕੋਲ ਸਮਾਂ ਨਹੀਂ ਹੈਗਾ, ਮੈਂ ਬੜਾ ਬੀਜੀ ਆ, ਤੂੰ ਇੱਥੋਂ ਚਲੇ ਜਾ। ਉਹ ਕਹਿੰਦਾ ਨਹੀਂ ਜੀ ਤਰਲਾ ਹੀ ਏ, ਮੇਰੀ ਰਬਾਬ ਜ਼ਰੂਰ ਸੁਣੋ। ਜਦੋਂ ਰਬਾਬ ਸੁਣਾਉਣ ਵਾਲਾ ਖਹਿੜੇ ਪੈ ਗਿਆ ਤਾਂ ਸੇਠ ਦੇ ਮਨ ਚ ਆਈ ਵੀ ਇਹਨੂੰ ਮੈਂ 2 ਰੁਪਏ ਦੇਣਾ ਤੇ ਇਹਨੂੰ ਮਗਰੋਂ ਲਾਵਾਂ। ਉਹ ਕਹਿੰਦਾ ਲੈ 2 ਰੁਪਏ ਤੇ ਚਲੇ ਜਾ। ਪਰ ਉਹ ਬੰਦਾ ਬੜਾ ਖੁਦਗਰਜ਼ ਸੀ। ਉਹ ਕਹਿੰਦਾ ਨਹੀਂ, ਮੈਂ ਮਿਹਨਤ ਦੇ ਪੈਸੇ ਲੈਣੇ ਨੇ। ਹਰੇਕ ਬੰਦੇ ਦਾ ਅੱਜ ਕੱਲ੍ਹ ਧਿਆਨ ਹੈ ਵੀ ਇਦਾਂ ਹੀ ਪੈਸੇ ਆ ਜਾਣ, ਹੱਥ ਵਾਜੇ ਕਿਤੇ ਨਾ ਕਿਤੇ। ਸਾਡੇ ਕੋਲ ਵੀ ਕਈ ਫੋਨ ਬਾਹਰ ਆਉਂਦੇ ਨੇ, ਕਹਿੰਦੇ ਲਾਟਰੀ ਦਾ ਨੰਬਰ ਦੱਸ ਦਿਓ, ਮਿਲੀਅਨ ਦੀ ਲਾਟਰੀ ਹੈ। ਵੀ ਬਾਬੇ ਤੁਹਾਨੂੰ ਹੁਣ ਮਿਲੀਅਨ ਦੀਆਂ ਲਾਟਰੀਆਂ ਦੇ ਨੰਬਰ ਦੱਸਣ, ਕਰੋੜਾਂ ਰੁਪਈਆਂ ਦੀ। ਉਹ ਕਹਿੰਦਾ ਜੀ ਮੈਂ ਪੈਸੇ ਇਦਾਂ ਨਹੀਂ ਲੈਣੇ। ਸੇਠ ਕਹਿੰਦਾ ਤੂੰ ਚਲੇ ਜਾ, ਪੈਸੇ ਲੈ ਜਾ। ਕਹਿੰਦਾ ਮੈਂ ਰਬਾਬ ਸੁਣਾਉਣੀ ਹੀ ਸੁਣਾਉਣੀ। ਉਹ ਕਹਿੰਦਾ ਫਿਰ ਇਦਾਂ ਕਰੀ, ਮੰਗਲਵਾਰ ਨੂੰ ਆ ਜੀ, ਅੱਜ ਐਤਵਾਰ ਏ, ਤੇ ਮੰਗਲਵਾਰ ਨੂੰ ਰਬਾਬ ਸੁਣਾ ਦੀ। ਉਹ ਕਹਿੰਦਾ ਠੀਕ ਹੈ ਜੀ, ਮੰਗਲਵਾਰ ਨੂੰ ਆ ਜਾਗਾ। ਜਦੋਂ ਮੰਗਲਵਾਰ ਦਾ ਦਿਨ ਆਇਆ, ਉਹਨੇ 2 ਰੁਪਏ ਲੈ ਕੇ ਰੋਟੀ ਖਾ ਲਈ। ਜਦੋਂ ਮੰਗਲਵਾਰ ਨੂੰ ਗਿਆ, ਕਹਿੰਦਾ ਜੀ ਜਾ ਕੇ ਵੇਖਿਆ ਦੁਕਾਨ ਤੇ ਸੇਠ ਹੈ ਨਹੀਂ। ਉੱਥੇ ਜਾ ਕੇ ਪੁੱਛਿਆ ਸੇਠ ਜੀ ਕਿੱਥੇ ਨੇ? ਕਹਿੰਦੇ ਘਰ ਹੋਣੇ ਨੇ, ਆਏ ਨਹੀਂ, 2 ਦਿਨ ਹੋ ਗਏ ਦੁਕਾਨ ਤੇ। ਉਹ ਕਹਿੰਦਾ ਕਿੱਥੇ ਘਰ, ਕਿੱਥੇ ਉਹਨਾਂ ਦਾ? ਘਰ ਪੁੱਛ ਕੇ ਚਲੇਗਾ। ਘਰ ਜਾ ਕੇ ਪੁੱਛਿਆ, ਕਹਿੰਦੇ ਸੇਠ ਜੀ, ਕਹਿੰਦੇ ਉਹ ਤੇ ਸੋਮਵਾਰ ਹੀ ਚੜ੍ਹਾਈ ਕਰ ਗਏ ਸੀ। ਆਖੋ ਸਤਨਾਮ ਸ੍ਰੀ। ਕਹਿੰਦੇ ਉਹ ਤੇ ਸੋਮਵਾਰ ਹੀ ਚੜ੍ਹਾਈ ਕਰ ਗਏ ਸੀ। ਉਹ ਕਹਿੰਦਾ ਕਿੱਥੇ ਸਾੜਿਆ? ਕਹਿੰਦੇ ਫਲਾਣੀ ਜਗ੍ਹਾ ਤੇ ਸਾੜਿਆ, ਹਜੇ ਫੁੱਲ ਚੁਗਣੇ ਨੇ। ਜਦੋਂ ਉਹ ਗਿਆ ਮੜੀਆਂ ਦੇ ਵਿੱਚ ਜਾ ਕੇ, ਜਿੱਥੇ ਉਹਨੇ ਜਾ ਕੇ ਵੇਖਿਆ ਵੀ ਹਾਂ ਇੱਥੇ ਸਾੜਿਆ, ਉੱਥੇ ਜਾ ਕੇ ਕਹਿੰਦਾ ਹੁਣ ਤੇ ਵਿਹਲੇ ਹੀ ਜੇ। ਕਹਿੰਦਾ ਹੁਣ ਤੇ ਵਿਹਲਾ ਹੀ ਹੈ ਸੇਠਾ। ਫਿਰ ਉਹਨੂੰ ਜਾ ਕੇ ਉੱਥੇ 2 ਘੰਟੇ ਰਬਾਬ ਵਜਾ ਕੇ ਆਇਆ। ਕਹਿੰਦਾ ਲੈ ਮੈਂ ਆਪਣਾ ਫਰਜ਼ ਪੂਰਾ ਕਰ। ਪਰ ਇਨਸਾਨ ਵੇਖ ਲਓ ਸਮੇਂ ਨੂੰ ਮੰਨਦਾ ਨਹੀਂ। ਪਰ ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ, ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ। ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ। ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ। ਪਾਣੀ ਜੋ ਜਿਹੜਾ ਬੰਦਾ ਚੜ੍ਹਾਈ ਕਰ ਜਾਂਦਾ ਕਦੇ ਵਾਪਸ ਆਇਆ ਹੋ? ਜੇ ਆਪਾਂ ਆਖੀਏ 20 ਸਾਲ ਬਾਅਦ ਸਮਾਣੇ ਵਾਲੇ ਬੱਸ ਸਟੈਂਡ 'ਚ ਉਤਰ ਜਾਏਗਾ, ਨਹੀਂ। ਮੁੜਦੇ ਨਾ ਪਤਣਾ ਤੇ, 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 ਮੁੜਦੇ ਨਾ ਪਤਣਾ ਤੇ ਇਹ ਦਾਨੇ ਕਹਿ ਗਏ ਨੇ। ਮੁੜਦੇ ਨਾ ਪਤਣਾ ਤੇ ਇਹ ਦਾਨੇ ਕਹਿ ਗਏ ਨੇ। ਮੁੜਦੇ ਨਾ ਪਤਣਾ ਤੇ
ਇਹ ਕਾਨੇ ਕਹਿ ਗਏ ਨੇ ਮੁੜਦੇ ਨਾ ਪਤਣਾ ਤੇ ਇਹ ਕਾਨੇ ਕਹਿ ਗਏ ਨੇ ਮੁੜਦੇ ਨਾ ਪਤਣਾ ਤੇ ਇਹ ਕਾਨੇ ਕਹਿ ਗਏ ਨੇ ਮੁੜਦੇ ਨਾ ਪਤਣਾ ਤੇ ਇਹ ਕਾਨੇ ਕਹਿ ਗਏ ਨੇ। ਸਮਾਂ ਕਿਸੇ ਦੇ ਹੱਥ ਨਹੀਂ ਹੈਗਾ, ਸਮਾਂ ਵਿਚਾਰਨ ਦੀ ਲੋੜ ਏ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਤਿੰਨ ਚੀਜ਼ਾਂ ਬੰਦੇ ਦੀ ਜ਼ਿੰਦਗੀ ਵਿੱਚ ਜ਼ਰੂਰੀ ਨੇ। ਸੱਤ, ਸੱਚ ਹੋਣਾ ਚਾਹੀਦਾ। ਸੱਚ ਕੀ ਹੈ? ਪਰਮੇਸ਼ਰ, ਉਹਦਾ ਨਾਮ ਸੱਚਾ, ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ, ਕਿਉਂਕਿ ਕੋਈ ਚੀਜ਼ ਸੱਚੀ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਆਦ ਸੱਚ ਹੈ, ਸ਼ੁਰੂ ਤੋਂ ਹੀ ਸੱਚ ਹੈ। ਜੁਗਾਦ ਸੱਚ, ਉਹ ਜੁਗਾਂ ਜੁਗਾਂ ਤੋਂ ਸੱਚ ਹੈ ਵੀ ਸੱਚ, ਉਹ ਹੁਣ ਵੀ ਸੱਚ ਹੈ। ਨਾਨਕ ਹੋਸੀ ਵੀ ਸੱਚ, ਉਹ ਸਦਾ ਹੀ ਸੱਚ ਰਹੇਗਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਵੇਖੋ ਆਪਾਂ ਨਹੀਂ ਰਹਿਣਾ, ਪਰ ਉਹ ਦਾਤੇ ਨੂੰ ਹਮੇਸ਼ਾ ਦੁਨੀਆ ਨੇ ਯਾਦ ਕਰਨਾ ਹੈ। ਸੱਚ ਨਾਲ ਜੁੜਾਂਗੇ ਤਾਂ ਹੀ ਫਾਇਦਾ। ਸੱਚ ਨਾਲ ਜੁੜੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੱਚ ਨਾਲ ਜੁੜੇ। ਅੰਦਰ ਇੱਕ ਤੜਫ ਉੱਠੀ ਵੀ ਕਿਉਂ ਨਾ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਜਾਣ। ਸੁਣਿਆ ਵੀ ਸੱਚੇ ਪਾਤਸ਼ਾਹ ਅੱਜ ਵੀ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ। ਮੈਂ ਜਾਵਾਂ, ਕੋਸ਼ਿਸ਼ ਕਰਾਂ ਤੇ ਦਰਸ਼ਨ ਕਰਾਂ। ਮਨ ਦੇ ਵਿੱਚ ਇੱਕ ਸੁਖਣਾ ਸੁਖੀ। ਸੁੱਖਾਂ ਆਪਾਂ ਵੀ ਸੁੱਖਦੇ ਆ, ਆਪਾਂ ਕਹਿੰਦੇ ਆ ਮੈਨੂੰ ਪੁੱਤਰ ਮਿਲ ਜੇ, ਮੈਂ ਆ ਕਰਾਂਗਾ, ਮੈਂ ਆ ਕਰਾਂਗਾ। ਸੁੱਖ ਸਾਧੂ ਸੰਤਕਾ ਦੀ ਸੁਖੀ ਵੀ ਮੈਂ ਜਪਜੀ ਸਾਹਿਬ ਦੇ 1.25 ਲੱਖ ਪਾਠ ਕਰਾਂਗਾ। ਹੇ ਕਲਗੀਧਰ ਸੱਚੇ ਪਾਤਸ਼ਾਹ ਦੇ ਤੁਹਾਡੇ ਦਰਸ਼ਨ ਹੋ ਜਾਣ, ਤੁਹਾਡੇ ਦਰਸ਼ਨ ਹੋ ਜਾਣ। ਸੁੱਖ ਸੁਖੀ ਹੋ। ਚੱਲ ਪਏ, ਘਰੋਂ ਚੱਲ ਪਏ। ਕਹਿੰਦੇ ਇੱਥੇ ਨਹੀਂ ਬਹਿ ਕੇ ਤਪ ਕਰਨਾ। ਕਿੱਥੇ ਗਏ? ਹਜੂਰ ਸਾਹਿਬ। ਹਜੂਰ ਸਾਹਿਬ ਗਏ। ਮਨ ਦੇ ਵਿੱਚ ਤ੍ਰਿਸ਼ਨਾ ਹੈ, ਕਾਹਦੀ? ਦਰਸ਼ਨਾਂ ਦੀ। ਉਹ ਕਦੋਂ ਆਵੇਗੀ ਰੁੱਤੇ ਨੀ ਕਰਮਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਵੇਗੀ ਰੁੱਤੇ ਨੀ ਕਰਮਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਵੇਂਗੀ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਹੋਣਗੇ ਜੀ ਦੀਦਾਰ ਗੁਰਾਂ ਦੇ, ਹੋਣਗੇ ਜੀ ਦੀਦਾਰ ਗੁਰਾਂ ਦੇ। ਉਹ ਹੋਣਗੇ ਜੀ ਦੀਦਾਰ ਗੁਰਾਂ ਦੇ। ਹਾਂ ਹੋਣਗੇ ਜੀ ਦੀਦਾਰ ਗੁਰਾਂ ਦੇ। ਹੋਣਗੇ ਜੀ ਦੀਦਾਰ ਗੁਰਾਂ ਦੇ। ਹੋਣਗੇ ਜੀ ਦੀਦਾਰ ਗੁਰਾਂ ਦੇ। ਉਹ ਕਦੋਂ ਆਉਣਾ ਏ ਰੁੱਤੇ ਨੀ ਕਰਮਾਂ, ਆਹਾ ਆਉਣਾ ਏ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਉਣਾ ਏ ਰੁੱਤੇ ਨੀ ਕਰਮਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਉਣਾ ਏ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਗੁਰਾਂ ਦੇ। ਕਦੋਂ ਆਉਣਾ ਏ ਰੁੱਤੇ ਨੀ ਭਾਗਾਂ ਵਾਲੀਏ, ਕਦੋਂ ਆਉਣਾ ਏ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ
ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਰੀ ਕੀ ਨਿਆਏ। ਚਾਤਰਿਕ ਇੱਕ ਇਹੋ ਜਿਹਾ ਪੰਛੀ ਏ ਜਿਹੜਾ ਸਵੰਤੀ ਬੂੰਦ ਨੂੰ ਤਰਸਦਾ ਰਹਿੰਦਾ। ਜੇ ਮੀਂਹ ਪਏਗਾ ਤਾਂ ਉਹਨੇ ਪਾਣੀ ਪੀਣਾ। ਕਹਿੰਦੇ ਜਿਵੇਂ ਚਾਤਰਿਕ ਨੂੰ ਪਿਆਸ ਏ ਦਾਤਿਆ, ਉਵੇਂ ਮੈਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਏ। ਪਰ ਆਪਾਂ ਨੂੰ ਮਾਫ ਕਰਿਓ, ਕਈਆਂ ਨੂੰ ਠੇਕਿਆਂ ਦੀ ਪਿਆਸ ਏ ਵੀ ਸ਼ਾਮ ਨੂੰ ਜਾ ਕੇ ਸ਼ਰਾਬ ਪੀਵਾਂਗੇ ਤੇ ਸਾਡੇ ਮਨ ਦੀ ਤ੍ਰਿਸ਼ਨਾ ਉਤਰ ਜਾਏਗੀ। ਕਈ ਸਵੇਰੇ ਗੋਲੀਆਂ ਖਾਣਗੇ ਤਾਂ ਚੱਲਣਗੇ, ਕਈ ਭੁੱਕੀ ਖਾਣਗੇ, ਕੋਈ ਕੀ ਖਾਏਗਾ ਕੋਈ ਕੀ ਖਾਏਗਾ। ਪਰ ਭਗਤ ਦੇ ਮਨ 'ਚ ਕੋਈ ਤ੍ਰਿਸ਼ਨਾ ਹੁੰਦਾ ਹੈ, ਮੇਰੇ ਮਨ ਲੋਚੈ ਗੁਰ ਦਰਸ਼ਨ ਤਾਈ, ਵੀ ਮੇਰਾ ਤਾਂ ਗੁਰੂ ਨੂੰ ਹੀ ਦਰਸ਼ਨ ਕਰਨ ਦਾ ਮਨ ਲੋਚਦਾ। ਸਵੇਰੇ ਅੰਮ੍ਰਿਤ ਵੇਲੇ ਕੋਈ ਉੱਠ ਕੇ ਗੁਰਦੁਆਰੇ ਜਾਏਗਾ ਵੀ ਜਾ ਕੇ ਮੈਂ ਦਰਸ਼ਨ ਕਰਾਂ, ਨਹੀਂ ਤਾਂ ਸ਼ਾਮ ਨੂੰ ਠੇਕੇ ਤੇ ਜਾਣ ਵਾਲੇ ਜ਼ਿਆਦੇ ਨੇ, ਗੁਰਦੁਆਰੇ ਜਾਣ ਵਾਲੇ ਘੱਟ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਠੇਕਿਆਂ ਵਾਲੇ ਜ਼ਿਆਦੇ ਹੋ ਗਏ। ਪਰ ਇਨਸਾਨ ਜਿਵੇਂ ਜਿਹੜੇ ਕੰਮ ਨੂੰ ਚੱਲੀ ਜਾਂਦੇ ਆਪਾਂ, ਮਾੜੇ ਕੰਮ ਨੂੰ ਜਾਈ ਜਾਵਾਂਗੇ, ਓਨਾ ਹੀ ਉਹਦੇ ਵਿੱਚ ਫਸ ਜਾਵਾਂਗੇ। ਜਿਹੜਾ ਬੰਦਾ ਸਿਮਰਨ ਨਾਲ ਜ਼ਿਆਦਾ ਧਿਆਨ ਲਾਉਣ ਲੱਗ ਜਾਏਗਾ, ਉਹ ਓਨਾ ਹੀ ਤਰ ਜਾਏਗਾ। ਕਿਉਂ? ਗੱਲ ਸਿਰਫ ਧਿਆਨ ਦੀ ਹੈ। ਇੱਕ ਬੰਦਾ ਧਿਆਨ ਲਾਉਂਦਾ ਰਿਹਾ, ਓਮ ਨਮः ਸ਼ਿਵਾਏ ਓਮ ਨਮः ਸ਼ਿਵਾਏ ਕਰੀ ਜਾਏ, ਸ਼ਿਵ ਜੀ ਨੂੰ ਆਵਾਜ਼ਾਂ ਮਾਰੇ, ਕਹਿੰਦਾ ਜੀ ਆਓ ਆਓ ਆਓ। ਚਲੋ ਜੀ ਸ਼ਿਵ ਜੀ ਪ੍ਰਗਟ ਹੋ ਗਿਆ, ਕਹਿੰਦੇ ਹਾਂ 10 ਭਗਤਾ ਤੇਰੇ ਤੋਂ ਪ੍ਰਸੰਨ ਆ। ਉਹ ਕਹਿੰਦਾ ਜੀ, ਸ਼ਿਵ ਜੀ ਕਹਿੰਦਾ ਦੱਸੋ ਕੀ ਚਾਹੀਦਾ, ਤੇਰੀ ਮੰਗ ਮੈਂ ਪੂਰੀ ਕਰਦਾ। ਉਹ ਕਹਿੰਦਾ ਜੀ ਮੰਗ ਕੀ, ਸਾਰੀ ਉਮਰ ਭੁੱਖ ਹੀ ਕੱਟੀ ਏ, ਮੈਨੂੰ ਪੈਸਾ ਪੂਸਾ ਦਿਓ ਹੁਣ, ਕੋਈ ਮੇਰੀ ਤਕਦੀਰ ਬਦਲੇ। ਜਿਆਦਿਆਂ ਦਾ ਇੱਕੋ ਹੀ ਹਿਸਾਬ ਹੁੰਦਾ, ਗੁਰੂ ਘਰ ਵੀ ਸੁਖਣਾ ਇਹੀ ਹੁੰਦੀ ਵੀ ਪੈਸੇ ਮਿਲਣ, ਕੰਮ ਚੱਲਦੇ ਰਹਿਣ। ਉਹ ਕਹਿੰਦਾ ਜੀ ਪੈਸੇ ਪੂਸੇ ਦਿਓ। ਸ਼ਿਵ ਜੀ ਕਹਿੰਦਾ ਕੋਈ ਗੱਲ ਨਹੀਂ, 7 ਵਚਨ ਨੇ, ਆ ਚੱਕ 4 ਮੋਮਬੱਤੀਆਂ, ਜਿੱਥੇ ਜਗਾਏਗਾ ਜਿੱਥੇ ਜਗਾਏਗਾ, ਜਿੱਥੇ ਜਾ ਕੇ ਬੁੱਝੇਗੀ, ਉੱਥੇ ਤੈਨੂੰ ਪੈਸੇ ਮਿਲਣਗੇ। ਸ਼ਿਵ ਜੀ ਕਹਿੰਦਾ ਪਰ ਇੱਕ ਗੱਲ ਯਾਦ ਰੱਖੀ। ਉਹ ਕਹਿੰਦਾ ਕੀ? ਕਹਿੰਦਾ ਚੌਥੀ ਮੋਮਬੱਤੀ ਨਹੀਂ ਜਗਾਣੀ। ਉਹ ਕਹਿੰਦਾ ਜੀ ਠੀਕ ਹੈ, 7 ਵਚਨ। ਉਦੋਂ ਤੇ 7 ਵਚਨ ਕਹਿਤਾ, ਪਰ ਮਨ ਦੇ ਵਿੱਚ ਗੱਲ ਪੈ ਗਈ ਵੀ ਚੌਥੀ ਮੋਮਬੱਤੀ ਵੀ ਵੇਖਾਂਗੇ ਜਗਾ ਕੇ ਕੀ ਬਣਦਾ ਕਿ ਨਹੀਂ। ਚਲੋ ਜੀ ਉਹਨੇ ਪਹਿਲੀ ਮੋਮਬੱਤੀ ਜਗਾਈ, ਜਿੱਥੇ ਜਾ ਕੇ ਬੁੱਝੀ ਉੱਥੇ ਰੁਪਈਏ ਨਿਕਲੇ। ਕਹਿੰਦਾ ਧੰਨ ਭਾਗ, ਕਹਿੰਦਾ ਸ਼ਿਵ ਜੀ ਮਹਾਰਾਜ ਦੇ 7 ਵਚਨ ਧੰਨ ਹੋ ਤੁਸੀਂ। ਉਹ ਰੁਪਈਏ ਚੁੱਕੇ ਨਹੀਂ, ਉਹਨਾਂ ਨੂੰ ਉੱਥੇ ਹੀ ਦਫਨ ਕਰਤਾ। ਜੇ ਚਾਹੁੰਦਾ ਤੇ ਉਹ ਰੁਪਈਆ ਨਾਲ ਘਰ ਚਲਾ ਸਕਦਾ ਸੀ, ਪਰ ਇਨਸਾਨ ਲਾਲਚੀ ਹੈ। ਆਪਾਂ ਕਹਿੰਦੇ ਆ ਨਾ ਵੀ ਸੋਨੇ ਦੀ ਮੁਰਗੀ ਦਾ ਢਿੱਡ ਹੀ ਪਾੜਤਾ, ਜਿਹੜੇ ਆ ਸੋਨੇ ਦੇ ਆਂਡੇ ਦਿੰਦੀ ਸੀ, ਵੀ ਆਂਡਾ ਖਾਈ ਜਾਂਦਾ। ਕਈ ਇਨਸਾਨ ਕਰਦੇ ਨੇ, ਇੱਕੋ ਦਮ ਕੋਸ਼ਿਸ਼ ਕਰਨ ਲੱਗਦੇ ਨੇ ਤੇ ਬਰਬਾਦ ਹੋ ਜਾਂਦੇ ਨੇ। ਉਹਨੇ ਜਦੋਂ ਮਿੱਟੀ ਪਾਤੀ ਰੁਪਈਆਂ ਤੇ, ਦੂਜੀ ਮੋਮਬੱਤੀ ਫਿਰ ਜਗਾ ਲਈ। ਚੱਲ ਪਿਆ, ਤੁਰੀ ਗਿਆ। ਜਾ ਕੇ ਜਿੱਥੇ ਮੋਮਬੱਤੀ ਪੁੱਜੀ, ਉੱਥੋਂ ਸੋਨਾ ਨਿਕਲਿਆ। ਕਹਿੰਦਾ ਕਮਾਲ ਹੋ ਗਈ। ਫਿਰ ਨਹੀਂ ਮਨ ਭਰਿਆ ਵੀ ਸੋਨਾ ਲੈ ਕੇ ਮਨ ਭਰ ਜੇ। ਫਿਰ ਉਹਦੇ ਤੇ ਮਿੱਟੀ ਪਾਤੀ, ਫਿਰ ਚੱਲ ਪਿਆ ਅੱਗੇ। ਜਦੋਂ ਅੱਗੇ ਚੱਲਿਆ, ਅੱਗੇ ਫਿਰ ਮੋਮਬੱਤੀ ਜਗਾ ਕੇ ਤੁਰਿਆ ਜਾਂਦਾ। ਜਿੱਥੇ ਮੋਮਬੱਤੀ ਬੁੱਝਦੀ ਏ, ਉੱਥੋਂ ਹੀਰੇ ਨਿਕਲੇ, ਹੀਰੇ। ਮਨ ਫਿਰ ਨਹੀਂ ਰਚਿਆ, ਮਿੱਟੀ ਪਾਤੀ। ਕਹਿੰਦਾ ਹੁਣ ਚੌਥੀ ਜ਼ਰੂਰ ਜਗਾ ਕੇ ਵੇਖਣੀ, ਚੌਥੀ ਜਾਏਗੀ। ਜਦੋਂ ਚੌਥੀ ਜਗਾ ਕੇ ਚੱਲ ਪਿਆ, ਤੁਰਿਆ ਜਾਂਦਾ। ਚੌਥੀ ਥੋੜੀ ਜਿਹੀ ਲੇਟ ਬੁੱਝੀ। ਜਾ ਕੇ ਜਿੱਥੇ ਜਾ ਕੇ ਚੌਥੀ ਬੁੱਝੀ, ਟੋਆ ਪੱਟਿਆ, ਥੱਲੇ ਇੱਕ ਗੁਫਾ ਨਿਕਲੀ। ਸੋਨਾ ਹੀਰਾ ਜਵਾਹਰਾਤ ਦੁਨੀਆ ਦਾ ਬੇਸ਼ੁਮਾਰ ਉਹਤੇ ਸਾਰਾ ਸਮਾਨ ਪਿਆ। ਕਹਿੰਦਾ ਸ਼ਿਵ ਜੀ ਮਹਾਰਾਜ ਐਵੇਂ ਝੂਠ ਮਾਰੀ ਜਾਂਦਾ ਸੀ। ਕਹਿੰਦਾ ਉਹ ਜਾਣ ਕੇ ਦੇਣਾ ਨਹੀਂ ਸੀ ਚਾਹੁੰਦਾ। ਕਹਿੰਦਾ ਵੇਖਿਆ ਮੈਂ ਪੱਟ ਲਿਆ। ਕਹਿੰਦਾ ਠੀਕ ਹੈ, ਕੋਈ ਗੱਲ ਨਹੀਂ, ਹੁਣ ਆਪਾਂ ਸਾਰਾ ਕੁਝ ਲੁੱਟਦੇ ਹਾਂ। ਜਦੋਂ ਗੁਫਾ ਦੇ ਅੰਦਰ ਵੜਿਆ, ਥੱਲੇ ਇੱਕ ਬੰਦਾ ਸੀ, ਥੰਮ ਦੇ ਥੱਲੇ ਖਲੋਤਾ। ਉਹਨੇ ਆਵਾਜ਼ ਮਾਰੀ ਇਹਨੂੰ ਵੇਖ ਕੇ, ਕਹਿੰਦਾ ਆ ਜਾ ਜਲਦੀ ਆ ਜਾ, ਮੈਂ ਤੈਨੂੰ ਉਡੀਕ ਰਿਹਾ ਸੀ। ਕਹਿੰਦਾ ਕਿਉਂ? ਆਂਦਾ ਇਹ ਗੁਫਾ ਦਾ ਭਾਰ ਮੇਰੇ ਤੇ ਆ, ਇਹਨੂੰ 2 ਬੰਦੇ ਭਾਰ ਲੈਣਗੇ ਤਾਂ ਇਹਨੂੰ ਲੁੱਟ ਸਕਾਂਗੇ। ਕਹਿੰਦਾ ਤਾਂ ਇਹਦਾ ਸੋਨਾ ਬਾਹਰ ਨਿਕਲਣਾ, 2 ਬੰਦੇ ਮੋਢਾ ਲਾਣਗੇ ਤਾਂ। ਕਹਿੰਦਾ ਆ ਜਾ, ਜਲਦੀ ਆ ਜਾ। ਜਦੋਂ ਗਿਆ, ਜਾ ਕੇ ਉਹਨੇ ਮੋਢਾ ਲਾਇਆ, ਉਹ ਆਪ ਸਾਈਡ ਤੇ ਹੋ ਗਿਆ। ਕਹਿੰਦਾ ਆ ਕੀ ਕੀਤਾ? ਕਹਿੰਦਾ ਜਿਹੜੀ ਇਹ ਗੁਫਾ ਹੈ, ਇਹ ਮੋਢੇ ਤੇ ਖੜੀ ਸੀ, ਇਹ ਮੇਰੇ ਮੋਢੇ ਤੇ ਖੜੀ ਸੀ ਪਹਿਲਾਂ। ਕਹਿੰਦਾ ਹੁਣ ਤੂੰ ਫਸ ਗਿਆ, ਹੁਣ ਤੇਰੇ ਮੋਢੇ ਤੇ ਖੜੀ ਰਹੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਫਿਰ ਮੈਂ ਛੁੱਟਾਂਗਾ ਕਿਵੇਂ? ਉਹ ਕਹਿੰਦਾ ਉਦੋਂ ਛੁੱਟੇਗਾ ਜਦੋਂ ਤੇਰੇ ਤੋਂ ਵੱਧ ਕੋਈ ਲਾਲਚੀ ਆਏਗਾ। ਆਖੋ ਸਤਨਾਮ ਸ੍ਰੀ।
माया बन के नागनी लड़ गई, बन के नागनी लड़ गई, बन के नागनी, बन के नागनी लड़ गई। मन मुख बंदियां दे, मन मुख बंदियां दे, मन मुख बंदियां दे। माया बन के नागनी लड़ गई, माया बन के नागनी लड़ गई। मन मुख बंदियां दे, मन मुख बंदियां दे, मन मुख बंदियां दे। माया बन के नागनी लड़ गई, माया बन के नागनी लड़ गई। मन मुख बंदियां दे, मन मुख बंदियां दे, मन मुख बंदियां दे। जी मन मुख बंदियां दे, 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 मन मुख बंदियां दे। देखो रौला कादा जिंदगी च, सिर्फ एक मैं दा रौला है भी मैं उच्चा होवां, पर नहीं। मेरी मेरी ना करी मना मेरा, मेरी मेरी ना करी मना मेरा, मेरी ना करी मना, मेरी ना करी मना मेरे। मेरी वाला कोई ना रहा, मेरी वाला कोई ना रहा, मेरी वाला कोई ना रहा। मेरी ना करी ओए मना मेरे यार, मेरी मेरी ना करी ओए मना मेरे। मेरी वाला कोई ना रहा, मेरी वाला कोई ना रहा, मेरी वाला कोई ना रहा। मेरी ना करी ओए मना मेरे यार, मेरी मेरी ना करी ओए मना मेरे यार। मेरी वाला कोई ना रहा, मेरी वाला कोई ना रहा, मेरी वाला कोई ना रहा। मेरी वाला कोई नहीं ਰਿਹਾ। ਕਹਿੰਦਾ ਹੁਣ ਤੂੰ ਉਦੋਂ ਛੜੀਚੇਗਾ ਜਦੋਂ ਤੇਰੇ ਤੋਂ ਕੋਈ ਵੱਧ ਕੇ ਲਾਲਚੀ ਆਏ। ਇਨਸਾਨ ਲਾਲਚ ਪਿੱਛੇ ਫਿਰਦਾ ਹੈ। ਮਾਫ ਕਰਨਾ ਘਰ ਵਾਲੀ ਵੀ ਤਾਂ ਹੈ ਜੇ ਲਾਲਚ ਹੈ, ਨਹੀਂ ਤੇ ਇਨਸਾਨ ਇੰਨਾ ਮਤਲਬ ਹੀ ਹੈ ਜੇ ਸਾਰੇ ਕੰਮ ਪੂਰੇ ਹੋਈ ਜਾਣ ਬੰਦਾ ਕਿਸੇ ਨੂੰ ਵੀ ਨਾ ਪਛਾਣੇ। ਧੀਆਂ ਪੁੱਤਰ ਤਾਂ ਨੇ ਵੀ ਵੱਡੇ ਹੋਣਗੇ ਤੇ ਕੁਛ ਨਾ ਕੁਛ ਖੱਟ ਕੇ ਲਿਆਉਣਗੇ, ਪਰ ਅਸਲ ਖੱਟਣਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਜਿਹਦਾ ਮੁਖ ਗੁਰੂ ਵਾਲੇ ਨਾਂ ਤੇ ਰੱਖ ਲੈਨੇ ਆ, ਕੀ ਨਾਮ ਹੈ ਤੇਰਾ? ਮੇਰਾ ਨਾਂ ਜੀ ਗੁਰਮੁਖ ਸਿੰਘ। ਪਰ ਇਹ ਨਹੀਂ ਪਤਾ ਸ਼ਾਮ ਨੂੰ ਠੇਕੇ ਤੇ ਖੜਿਆ ਹੋਵੇ ਗੁਰਮੁਖ ਸਿੰਘ, ਆਖੋ ਸਤਨਾਮ ਸ੍ਰੀ। ਨਾਮ ਤਾਂ ਆਪਾਂ ਰੱਖ ਲੈਨੇ ਆ ਗੁਰਮੁਖ, ਪਰ ਗੁਰਮੁਖ ਕੌਣ ਹੈ? ਜਿਹਦਾ ਗੁਰੂ ਵੱਲ ਮੁਖ ਹੈ। ਗੁਰੂ ਵੱਲ ਮੁਖ ਸੀ ਬਾਬਾ ਅਤਰ ਸਿੰਘ ਜੀ ਦਾ। ਬਾਬਾ ਅਤਰ ਸਿੰਘ ਜੀ ਚਲੇ ਗਏ ਹਜੂਰ ਸਾਹਿਬ। ਹਜੂਰ ਸਾਹਿਬ ਜਾ ਕੇ ਜਥੇਦਾਰ ਜੀ ਨੂੰ ਮਿਲੇ, ਜਿਹੜੇ ਪਹਿਲਾਂ ਜਥੇਦਾਰ ਜੀ ਸਨ। ਜਥੇਦਾਰ ਜੀ ਨੂੰ ਕਹਿੰਦੇ ਮੈਂ ਮਨ 'ਚ ਇੱਛਾ ਧਾਰੀ, ਮੈਂ 1.25 ਲੱਖ ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਕੋਈ ਮੈਨੂੰ ਜਗ੍ਹਾ ਦਿਓ, ਕੋਈ ਮੈਨੂੰ ਜਗ੍ਹਾ ਦਿਓ ਜਿੱਥੇ ਜੇ ਬਹਿ ਕੇ ਮੈਂ ਬਾਣੀ ਪੜਾਂ ਤੇ ਆਪਣਾ ਜੋ ਵੀ ਮੈਂ ਤਪ ਕਰਨਾ ਮੈਂ ਪੂਰਾ ਕਰ ਸਕਾਂ। ਜਥੇਦਾਰ ਜੀ ਨੇ ਵੇਖਿਆ ਵੀ ਕੋਈ ਪੂਰਨ ਮਨੁੱਖੀ ਹੈ ਜਿਹੜਾ ਏਡੀ ਗੱਲ ਧਾਰ ਕੇ ਆਇਆ ਹੈ, ਬਾਕੀ ਕੋਈ ਨਾ ਕੋਈ ਕਿਣਕਾ ਹੈ ਇਹਦੇ ਮਨ 'ਚ। ਕਿਣਕਾ ਇੱਕ ਜਿਸ ਜੀ ਪਸਾਵੈ ਤਾਂ ਕੀ ਮਹਿਮਾ ਗਣੀ ਨਾ। ਕਹਿੰਦੇ ਕੋਈ ਨਾ ਕੋਈ ਕਿਣਕਾ ਹੈ। ਜਥੇਦਾਰ ਜੀ ਕਹਿੰਦੇ ਉਦੋਂ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਵੇਲੇ ਦੀ ਗੱਲ, ਉਦੋਂ ਗੋਰਿਆਂ ਦੇ ਸਮੇਂ ਦੀ ਗੱਲ, ਉਦੋਂ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ। ਜਥੇਦਾਰ ਜੀ ਕਹਿੰਦੇ ਗੋਦਾਵਰੀ ਦੇ ਕੋਲ ਇੱਕ ਛੋਟਾ ਜਿਹਾ ਕਮਰਾ ਹੈ, ਉੱਥੇ ਚਲੇ ਜਾ, ਉੱਥੇ ਬਹਿ ਕੇ ਤਪ ਕਰ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਵੇਂ ਕਰ ਲਾ। ਤੁਸੀਂ ਕਦੇ ਹਜੂਰ ਸਾਹਿਬ ਜਾਓਗੇ, ਗੋਦਾਵਰੀ ਦੇ ਵਿੱਚ ਇੱਕ ਛੋਟਾ ਜਿਹਾ ਸਥਾਨ ਬਣਿਆ ਮੱਠ ਜਿਹਾ, ਉਹ ਬਾਬਾ ਅਤਰ ਸਿੰਘ ਜੀ ਦਾ ਸਥਾਨ ਹੈ ਜਿੱਥੇ ਬਹਿ ਕੇ ਉਹਨਾਂ ਨੇ ਤਪ ਕੀਤਾ। ਕਹਿੰਦੇ ਉੱਥੇ ਚਲੇ ਜਾ। ਜਦੋਂ ਚਲੇ ਗਏ ਸਵੇਰੇ ਜਾ ਕੇ ਜਦੋਂ ਅੰਮ੍ਰਿਤ ਵੇਲੇ ਉੱਠੇ, ਜਪਜੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ। ਰੋੜੀਆਂ ਹੱਥ 'ਚ ਫੜੀਆਂ ਨੇ 10-15,
ਜਿਵੇਂ ਜਿਵੇਂ ਪਾਠ ਹੋਈ ਜਾਂਦਾ ਤਿਵੇਂ ਤਿਵੇਂ ਰੋੜੀਆਂ ਹੱਥ 'ਚੋਂ ਸੁੱਟੀ ਜਾਂਦੇ ਨੇ ਵੀ ਇੰਨੇ ਪਾਠ ਹੋ ਗਏ। ਸਾਰਾ ਦਿਨ ਪਾਠ ਕਰਦੇ ਰਹਿੰਦੇ ਨੇ, ਬਾਣੀ ਪੜ੍ਹੀ ਜਾਂਦੇ ਨੇ। ਤਕਰੀਬਨ 2 ਘੰਟੇ ਦਿਨ ਦੇ ਵਿੱਚ ਸੌਂਦੇ ਨੇ 24 ਘੰਟਿਆਂ 'ਚੋਂ। ਜਿਹੜਾ ਭਗਤ ਹੋਏਗਾ ਨਾ ਉਹ ਘੱਟ ਖਾਏਗਾ ਤੇ ਘੱਟ ਸੌਏਗਾ, ਜਿਹੜਾ ਅਸਲ ਭਗਤ ਹੈ। ਉਹ ਜਦੋਂ ਬਾਬਾ ਅਤਰ ਸਿੰਘ ਜੀ ਨਾਲ ਜਪ ਕਰਦੇ ਨੇ, ਨਾਲ ਧਿਆਨ ਰੱਖਦੇ ਨੇ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਦੇ ਵਿੱਚ। ਕਿਉਂ? ਇੱਕ ਮਨ ਦੇ ਵਿੱਚ ਖਿੱਚ। ਕਦੇ ਕਦੇ ਆਲੇ ਦੁਆਲੇ ਵੇਖਦੇ ਨੇ ਵੀ ਮੇਰੇ ਕਿਤੇ ਆ ਕੇ ਤੇ ਨਹੀਂ ਖੜ ਕੇ ਕੋਲ। ਸਾਰਾ ਦਿਨ ਤਪ ਕਰਦਿਆਂ ਸਮਾਂ ਬੀਤਦਾ ਗਿਆ। 1.25 ਸਾਲ ਦੇ ਵਿੱਚ 1.25 ਲੱਖ ਪਾਠ ਕੀਤਾ ਬਾਬਾ ਜੀ ਨੇ। 1.25 ਲੱਖ ਪਾਠ ਰੋਜ਼ ਦਾ 200 ਪਾਠ ਕਰਨਾ ਜਪਜੀ ਸਾਹਿਬ ਦਾ, ਤਾਂ 1.25 ਲੱਖ ਪਾਠ ਹੋਇਆ। ਆਪਾਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਈਏ ਨਾ, ਮਨ ਚ ਐ ਹੋ ਜਾਂਦਾ ਵੀ ਮੈਂ ਬੜਾ ਭਗਤ ਹਾਂ, ਪਰ ਨਹੀਂ। ਇੱਕ ਦੂਏ ਕ ਚੜੰਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ। ਇੱਕ ਦੂਏ ਕ ਚੜੰਦੀਆਂ ਚੜੰਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ। ਇੱਕ ਦੋ ਇੱਕ ਚੜੰਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ। ਇੱਕ ਦੋ ਇੱਕ ਚੜੰਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ। ਇੱਕ ਦੋ ਇੱਕ ਚੜੰਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ। हाँ जी, एक दू एक चढ़ंदियां माण ना करिए, माण ना करिए। एक दू एक चढ़ंदियां माण ना करिए, माण ना करिए। एक दू एक चढ़ंदियां माण ना करिए, माण ना करिए। हाँ जी, एक दू एक चढ़ंदियां माण ना करिए, माण ना करिए। ਇੱਕ ਦੋ ਇੱਕ ਚੜੰਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ। ਇੱਕ ਦੋ ਇੱਕ ਚੜੰਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ। ਇੱਕ ਦੋ ਇੱਕ ਚੜੰਦੀਆਂ ਨੇ। ਬੜੇ ਬੜੇ ਜਪੀ ਤਪੀ ਵੀ ਬੈਠੇ ਨੇ, ਬੜੇ ਬੜੇ ਪਾਪੀ ਵੀ ਬੈਠੇ ਨੇ। ਆਖੋ ਸਤਨਾਮ ਸ਼੍ਰੀ। ਪਟਿਆਲੇ ਬੀਬੀ ਇੱਕ ਚੌਂਕੜੇ 'ਚ ਅਖੰਡ ਪਾਠ ਸਾਹਿਬ ਕਰ ਦਿੰਦੀ ਆ। ਹੁਣ ਤਾਂ ਮੈਂ ਕਈ ਸਿੰਘ ਵੇਖੇ ਨੇ YouTube ਦੇ ਉੱਪਰ ਵੇਖੇ ਨੇ, Facebook ਤੇ ਵੀ ਆਉਂਦੇ ਨੇ ਵੀ ਇੱਕ ਇੱਕ ਚੌਂਕੜੇ 'ਚ ਅਖੰਡ ਪਾਠ ਸਾਹਿਬ ਕਰਦਾ। ਆਪਾਂ ਨੂੰ ਤਾਂ ਹੁਣ ਇੱਥੇ ਵੀ ਬਹਿਣਾ ਕਈਆਂ ਨੂੰ ਔਖਾ ਹੋ ਗਿਆ, ਬੜਾ ਔਖਾ ਲੱਗਦਾ ਬਹਿਣਾ, ਪਰ ਨਹੀਂ ਸੰਗਤੇ, ਇੱਥੇ ਹੀ ਲਾਹਾ ਹੈ। ਜੇ ਆਪਾਂ ਕੋਈ ਬਾਹਰ ਭੁੱਲ ਕਰ ਲਈਏ ਤੇ ਆਪਾਂ ਗੁਰੂ ਘਰ ਆ ਕੇ ਬਖਸ਼ਾ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਬਖਸ਼ ਦਿਓ। ਪਰ ਜਿਹੜਾ ਬੰਦਾ ਇੱਥੇ ਆਣ ਕੇ ਭੁੱਲ ਕਰੇਗਾ ਉਹਨੇ ਫਿਰ ਕਿੱਥੇ ਬਖਸ਼ਾਣਾ? ਉਹਨੂੰ ਕਿਸੇ ਨੇ ਨਹੀਂ ਬਖਸ਼ਣਾ। ਧੰਨ ਬਾਬਾ ਅਤਰ ਸਿੰਘ ਜੀ ਗਏ ਹਜੂਰ ਸਾਹਿਬ, ਜਪ ਤਪ ਕਰੀ ਜਾਂਦੇ ਨੇ। 1.25 ਲੱਖ ਪਾਠ 2 ਸਾਲ ਦੇ ਵਿੱਚ ਪੂਰਾ ਹੋਇਆ। ਸਵਾ ਸਾਲ ਦੇ ਵਿੱਚ, ਮਾਫ ਕਰਿਓ, 1.25 ਸਾਲ ਦੇ ਵਿੱਚ 1.25 ਲੱਖ ਪਾਠ ਪੂਰਾ ਕੀਤਾ। ਪਰ ਦਰਸ਼ਨ ਫੇਰ ਨਹੀਂ ਹੋਏ। ਹੱਦ ਹੋ ਗਈ ਵੀ ਇੰਨਾ ਪਾਠ ਕਰਨਾ, ਇੰਨਾ ਜਪ ਤਪ ਕਰਨਾ। ਕਈਆਂ ਨੂੰ ਦਰਸ਼ਨ ਇਦਾਂ ਹੀ ਹੋ ਜਾਂਦੇ ਨੇ, ਪਰ ਕਈਆਂ ਨੂੰ ਪਰਖ ਪੈ ਜਾਂਦੀ ਹੈ। ਮਹਾਰਾਜ ਪਰਖਦਾ ਆਪਣੇ ਪਿਆਰਿਆਂ ਨੂੰ ਵੀ ਕਿੱਥੇ ਤੱਕ ਜਾਂਦਾ। ਜਦੋਂ ਨਾ ਗੱਲ ਬਣੀ, ਸਮਾਧੀ ਲਾ ਕੇ ਬਹਿ ਗਏ। ਫਿਰ ਉਹ ਮੇਰੇ ਨੀਲੇ ਵਾਲੇ ਅਰਦਾਸਾਂ ਕਰਦੇ ਨੇ ਸਮਾਧੀ 'ਚ ਬਹਿ ਕੇ। ਉਹ ਮੇਰੇ ਨੀਲੇ ਵਾਲੇ ਪਾਤਸ਼ਾਹ, ਕਦੋਂ ਤੂੰ ਦਰਸ਼ ਦਿਖਾਵੇਂਗਾ। ਨੀਲੇ ਵਾਲੇ ਪਾਤਸ਼ਾਹ, ਕਦੋਂ ਤੂੰ ਦਰਸ਼ ਦਿਖਾਵੇਂਗਾ। ਨੀਲੇ ਵਾਲੇ ਪਾਤਸ਼ਾਹ, ਕਦੋਂ ਤੂੰ ਦਰਸ਼ ਦਿਖਾਵੇਂਗਾ। ਨੀਲੇ ਵਾਲੇ ਪਾਤਸ਼ਾਹ, ਕਦੋਂ ਤੂੰ ਦਰਸ਼ ਦਿਖਾਵੇਂ। ਮੇਰੇ ਨੀਲੇ ਵਾਲੇ ਪਾਤਸ਼ਾਹ, ਕਦੋਂ ਤੂੰ ਦਰਸ਼ ਦਿਖਾਵੇਂਗਾ। ਨੀਲੇ ਵਾਲੇ ਪਾਤਸ਼ਾਹ, ਕਦੋਂ ਤੂੰ ਦਰਸ਼ ਦਿਖਾਵੇਂਗਾ। ਕਦੋਂ ਤੂੰ ਦਰਸ਼ ਦਿਖਾਵੇਂਗਾ, ਕਦੋਂ ਤੂੰ ਦਰਸ਼ ਦਿਖਾਵੇਂਗਾ। ਕਦੋਂ ਤੂੰ ਦਰਸ਼ ਦਿਖਾਵੇਂਗਾ, ਕਦੋਂ ਤੂੰ ਦਰਸ਼ ਦਿਖਾਵੇਂ। ਉਹ
मेरे कलगी वाले पातशाह कदों तू दर्श दिखावेगा। मेरे कलगी वाले पातशाह कदों तू दर्श दिखावेगा। नीले वाले पातशाह कदों तू दर्श दिखावेगा। कलगी वाले पातशाह कदों तू दर्श दिखावेगा। कलगी वाले पातशाह कदों तू दर्श दिखावेगा। कलगी वाले पातशाह कदों तू दर्श दिखावेगा। कहते सच्चे पातशाह हुण तां दर्शन दिओ। अरदासां करदे रहिंदे ने 4-5 दिन निकल गए। प्रशादा सवा साल दे विच रोज एक दिन च एक ही प्रशादा छकदे सन। क्यों? नींद ना आवे, हठ जप तप करना जरूरी है। कई बंदे कहते ने एवें ही वाहिगुरू वाहिगुरू करी जाते हैं, पर नहीं सकते। आपां कहने हठियां जपियां तपियां दी कमाई का ध्यान तर करके खालसा जी बोलो जी वाहिगुरू। हठ जप तप जरूरी है। हठ जप तप कीता, 4-5 दिन हो गए समाधि च बैठे, प्रशादा नहीं छकिया, शरीर बिल्कुल सुक गया। ਤਾਂ ਇੱਕ ਦਿਨ ਕਲਗੀਧਰ ਸੱਚੇ ਪਾਤਸ਼ਾਹ ਨੇ ਜਿਹੜਾ ਜਥੇਦਾਰ ਸੀ ਨਾ ਤਖਤ ਸਾਹਿਬ ਦਾ, ਹਜੂਰ ਸਾਹਿਬ ਦਾ, ਉਹਨੂੰ ਆ ਦਰਸ਼ਨ ਦਿੱਤੇ ਮਹਾਰਾਜ ਨੇ ਸੁਪਨੇ 'ਚ। ਸਵਪਨ ਦਰਸ਼ਨ ਹੋਏ ਸੁਪਨੇ 'ਚ। ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਸਿੰਘਾ ਜਾ, ਅਤਰ ਸਿੰਘ 5 ਦਿਨ ਹੋ ਗਏ ਭੁੱਖਾ ਬੈਠਾ ਹੈ, ਜਾ ਕੇ ਉਹਨੂੰ ਪ੍ਰਸ਼ਾਦਾ ਛਕਾ। ਉਹ ਕਹਿੰਦਾ ਜੀ 7 ਬਚਨ। ਸਵੇਰੇ ਉੱਠਿਆ, ਜਾ ਕੇ ਪ੍ਰਸ਼ਾਦਾ ਲੈ ਕੇ ਗਿਆ। ਜਿਹੜੇ ਜਥੇਦਾਰ ਜਿਸਨ ਪ੍ਰਸ਼ਾਦਾ ਲੈ ਕੇ ਗਏ, ਜਦੋਂ ਲੱਭਦੇ ਨੇ ਬਾਬਾ ਅਤਰ ਸਿੰਘ ਜੀ ਨੂੰ, ਬਾਬਾ ਅਤਰ ਸਿੰਘ ਜੀ ਲੱਭੇ ਹੀ ਨਾ। ਉਹ ਕਿਤੇ ਝਾੜੀਆਂ 'ਚ ਲੁਕ ਕੇ ਬੈਠੇ ਸੀ। ਕਿਉਂ? ਜਿਹੜਾ ਭੋਜਨ ਤੇ ਭਜਨ ਹੈ ਕਹਿੰਦੇ ਲੁਕੋ ਕੇ ਕਰਨਾ ਚਾਹੀਦਾ। ਝਾੜੀਆਂ 'ਚ ਲੁਕ ਕੇ ਬੈਠੇ ਨੇ, ਲੱਭੇ ਹੈ ਨਾ। ਜਥੇਦਾਰ ਜੀ ਵਾਪਸ ਆ ਗਏ। ਜਦੋਂ ਅਗਲੀ ਰਾਤ, ਜਦੋਂ ਉਸ ਦਿਨ ਦੀ ਰਾਤ ਪਈ, ਰਾਤ ਨੂੰ ਫਿਰ ਮਹਾਰਾਜ ਕਲਗੀਧਰ ਜੀ ਨੇ ਦਰਸ਼ਨ ਦਿੱਤੇ ਸੁਪਨੇ 'ਚ। ਕਹਿੰਦੇ ਸਿੰਘਾ ਤੂੰ ਗਿਆ ਨਹੀਂ? ਕਹਿੰਦੇ ਜੀ ਮੈਂ ਜਾਵਾਂ ਕੀ ਕਰਾਂ, ਮੈਂ ਤਾਂ ਗਿਆ ਸੀ ਪਰ ਮੈਨੂੰ ਲੱਭੇ ਹੀ ਕੋਈ ਨਹੀਂ। ਹੋ ਤੁਹਾਡਾ ਸਿੱਖ ਮਹਾਰਾਜ ਲੱਭਦਾ ਨਹੀਂ। ਫਿਰ 10ਵੇਂ ਪਾਤਸ਼ਾਹ ਨੇ ਸੁਪਨੇ ਦੇ ਵਿੱਚ, ਸਵਪਨ ਦੇ ਵਿੱਚ ਜਾ ਕੇ ਉਹਨੂੰ ਸਾਰੀ ਜਗ੍ਹਾ ਸਮਝਾਈ ਵੀ ਇੱਥੇ ਜਾ ਕੇ ਬੈਠਾ, ਜਾ ਕੇ ਲੱਭ। ਕਹਿੰਦੇ ਜਾ ਕੇ ਲੱਭ। ਵੇਖੋ ਗੁਰੂ ਰਾਖਾ ਹੋ ਜਾਂਦਾ, ਕੋਈ ਹੋਵੇ ਸੀ ਉਹਨੂੰ ਰਾਖਾ ਕਰਾਉਣ ਵਾਲਾ। ਮਹਾਰਾਜ ਤਾਂ ਹਮੇਸ਼ਾ ਹੀ ਅੰਗ ਸੰਗ ਨੇ। ਵੇਖੋ ਜੇ ਬਾਬਾ ਅਤਰ ਸਿੰਘ ਕੋਲ ਉਦੋਂ ਬੈਠੇ ਨੇ, ਦਿਸਦੇ ਨਹੀਂ ਸਨ ਬਸ, ਪਰ ਬੈਠੇ ਉਹਨਾਂ ਕੋਲ ਵੀ ਸਨ, ਦੇਖਦੇ ਰਹਿੰਦੇ ਨੇ, ਪਰਖਦੇ ਨੇ ਹਮੇਸ਼ਾ। ਮਹਾਰਾਜ ਪਰਖ ਪੈਂਦੀ ਜ਼ਰੂਰ। ਬਾਬਾ ਅਤਰ ਸਿੰਘ ਜੀ ਨੂੰ ਕਹਿੰਦੇ ਵੀ ਫਲਾਣੀ ਥਾਂ ਬੈਠੇ ਨੇ, ਉੱਥੇ ਜਾ ਕੇ ਪ੍ਰਸ਼ਾਦਾ ਦੇ ਕੇ ਆ। ਜਦੋਂ ਪ੍ਰਸ਼ਾਦਾ ਲੈ ਕੇ ਗਏ, ਬਾਬਾ ਅਤਰ ਸਿੰਘ ਜੀ ਨੂੰ ਜਾ ਕੇ ਲੱਭ ਲਿਆ। ਬਾਬਾ ਅਤਰ ਸਿੰਘ ਜੀ ਨੂੰ ਜਾ ਕੇ ਫਤਿਹ ਬੁਲਾਈ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਤਰ ਸਿੰਘ ਜੀ ਦੀ ਇੱਕੋ ਦਮ ਅੱਖ ਖੁੱਲੀ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਤੁਸੀਂ ਮੈਨੂੰ ਲੱਭਿਆ ਕਿਵੇਂ? ਉਹ ਕਹਿੰਦੇ ਕਿਵੇਂ? ਕਹਿੰਦੇ ਕਿਵੇਂ ਲੱਭਿਆ ਮੈਨੂੰ? ਉਹ ਕਹਿੰਦੇ ਉਹਨੇ ਲਭਾਇਆ ਕਿੰਨੇ? ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਿਚਾਰ। ਜਿਹੜਾ ਘਟਾਂ ਘਟਾਂ ਦਿਆ ਜਾਣਦਾ ਸੱਚੇ ਪਾਤਸ਼ਾਹ, ਉਹਨੇ ਲਭਾਇਆ, ਮੈਨੂੰ ਭੇਜਿਆ ਤੇਰੇ ਕੋਲ। ਕਹਿੰਦੇ ਕਿਵੇਂ? ਕਹਿੰਦੇ ਮੈਨੂੰ ਸੁਪਨੇ 'ਚ ਦਰਸ਼ਨ ਦਿੱਤੇ ਨੇ, ਤੂੰ ਭੁੱਖਾ ਬੈਠਾ 5 ਦਿਨ ਹੋ ਗਏ ਨੇ ਤੇ ਤੈਨੂੰ ਪ੍ਰਸ਼ਾਦਾ ਨਹੀਂ ਸੀ ਮਿਲਿਆ, ਮੈਨੂੰ ਪ੍ਰਸ਼ਾਦਾ ਦੇ ਕੇ ਭੇਜਿਆ ਪਾਤਸ਼ਾਹ ਨੇ। ਇੱਕੋ ਦਮ ਅੱਖ 'ਚ ਹੰਝੂ ਆ ਗਿਆ। ਕਹਿੰਦੇ ਸੱਚੇ ਪਾਤਸ਼ਾਹ ਆਪ ਵੀ ਆ ਸਕਦੇ ਸਨ, ਜੇ ਤੈਨੂੰ ਦਰਸ਼ਨ ਦਿੱਤੇ ਨੇ ਮੈਨੂੰ ਕਿਉਂ ਨਹੀਂ ਦਰਸ਼ਨ ਦਿੰਦੇ? ਮੇਰੇ ਤੋਂ ਕੀ ਗਲਤੀ ਹੋ ਗਈ? ਕਿਉਂਕਿ ਵਿਰਾਗੀ ਹੋ ਜਾਂਦਾ ਬੰਦਾ। ਹੜ ਜਪ ਤਪ ਕਰਨਾ, ਦਰਸ਼ਨ ਫੇਰ ਨਾ ਆਉਣੇ, ਇਹ ਤਾਂ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ। ਇਹ ਤਾਂ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ। ਬੇਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ। ਹਾਂ ਬੇਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣ। ਹਾਂ ਬੇਦਰਦਾਂ
करदा नूं की लगियां वाले जान दे, लगियां वाले जान दे। भगत फरीद जी, बाबा फरीद जी कहते ने कोयल नूं पुछदे ने, कोयल नूं कहंदे काली कोयल तू कित गुण काली, कहंदे तू काली क्यों हो गई? कोयल की कहंदी अगों, कहंदे अपने प्रीतम के हों बिरहों जाले, कहंदे मैनू कोयल कहंदी मेरे प्रीतम दे बिरहों ने मैनू साड़िया, ओ ताइयों हो गईयां फरीदा मैं ते काली, बिरहों ने फूक सुटिया, ताइयों हो गईयां फरीदा मैं ते हो गईयां फरीदा मैं ते काली, बिरहों ने फूक सुटिया, ताइयों हो गईयां फरीदा मैं तां काली, बिरहों ने फूक सुटिया, ताइयों हो गईयां फरीदा मैं तां काली, बिरहों ने ताइयों हो गईयां फरीदा मैं तां काली, बिरहों ने फूक सुटिया, ताइयों हो गईयां फरीदा मैं तां काली, बिरहों ने फूक सुटिया। कहंदे बिरहों ने फूकिया मैनू, बिरहों ने फूक छटिया। बाबा अतर सिंह जी सुੱਕੇ ਪਏ ਨੇ ਸਰੀਰ ਤੋਂ, ਪ੍ਰਸ਼ਾਦਾ ਛਕਿਆ ਕਿਉਂ? ਹੁਕਮ ਸੀ ਮਹਾਰਾਜ ਜੀ ਦਾ। ਸਮਾਂ ਬੀਤਦਾ ਗਿਆ, ਸਿਮਰਨ ਕਰੀ ਜਾਂਦੇ ਨੇ, ਪਰ ਗੱਲ ਨਹੀਂ ਬਣਦੀ, ਗੱਲ ਨਹੀਂ ਬਣਦੀ। ਪਰਮੇਸ਼ਰ ਇਹਨਾਂ ਜਿਹੜਾ ਸੂਈ ਦੇ ਨੱਕੇ ਚੋਂ ਕੱਢ ਦਿੰਦਾ ਫੜ ਕੇ ਭਗਤ ਨੂੰ। ਜੇ ਸੋਨਾ ਹੈ ਨਾ, ਸੋਨੇ ਨੂੰ ਪਹਿਲਾਂ ਭੱਠੀ 'ਚ ਰੱਖਦੇ ਨੇ, ਫਿਰ ਸੋਨਾ ਬਣਦਾ, ਤਾਂ ਕਿਸੇ ਗੱਲ ਦਾ ਸ਼ਿਕਾਰ ਬਣਦਾ। ਬਾਬਾ ਅਤਰ ਸਿੰਘ ਜੀ ਸਿਮਰਨ ਕਰੀ ਜਾਂਦੇ ਨੇ, ਪਰ ਕਲਗੀਧਰ ਸੱਚੇ ਪਾਤਸ਼ਾਹ ਨੇ ਦਰਸ਼ਨ ਨਾ ਦਿੱਤੇ। ਜਦੋਂ ਦਰਸ਼ਨ ਨਾ ਹੋਏ, ਅਖੀਰ ਨੂੰ ਇੱਕ ਦਿਨ ਗੋਦਾਵਰੀ ਦੇ ਕੰਢੇ ਤੇ ਖੜੇ ਨੇ ਬਾਬਾ ਅਤਰ ਸਿੰਘ ਜੀ। ਮਾਫ ਕਰਿਓ, ਜ਼ਿਆਦਾ ਸਮਾਂ ਨਹੀਂ ਲੈਂਦਾ। ਇੱਕ ਮੈਂ ਬਾਬਾ ਅਤਰ ਸਿੰਘ ਜੀ ਇਹੋ ਜਿਹੀ ਸ਼ਖਸੀਅਤ ਸਨ, ਇੱਕ ਵਾਰੀ ਕਿਸੇ ਪਿੰਡ ਦੇ ਵਿੱਚ ਬਾਬਾ ਜੀ ਦੇ 10 ਦੀਵਾਨ ਸਨ, 10 ਦੀਵਾਨ ਸਨ। ਜਦੋਂ ਪਿੰਡ ਦੀ ਸੰਗਤ ਜਾਂਦੀ ਹੈ ਸੁਣਨ ਦੀਵਾਨ ਬਾਬਾ ਜੀ ਦੇ, ਜਦੋਂ ਸੰਗਤ ਦੇ ਵਿੱਚ ਇੱਕ ਬਾਹਮਣਾਂ ਦਾ ਮੁੰਡਾ ਵੀ ਗਿਆ, ਹਿੰਦੂਆਂ ਦਾ ਮੁੰਡਾ ਵੀ ਗਿਆ ਦੀਵਾਨ ਸੁਣ। ਹੁਣ ਬਾਬਾ ਜੀ ਜ਼ੋਰ ਦਿੰਦੇ ਸਨ ਵੀ ਅੰਮ੍ਰਿਤ ਛਕੋ, ਵੀ ਅੰਮ੍ਰਿਤ ਛਕੋ ਜ਼ਰੂਰ। ਹੁਣ ਇੱਕ ਤਾਂ ਆਪਾਂ ਗੋਲੀ ਲੈ ਲਈਏ ਜਿਹੜੀ ਪਿਸਤੌਲ 'ਚ ਪੈਣ ਵਾਲੀ ਹੁੰਦੀ, ਉਹ ਆਪਾਂ ਵਗਾ ਕੇ ਮਾਰੀਏ ਹੱਥ ਨਾਲ, ਉਹਨੇ ਕੀ ਸੱਟ ਮਾਰਨੀ ਹੈ। ਪਰ ਜੇ ਉਹੀ ਪਿਸਟਲ ਦੇ ਰਾਹੀਂ ਚੱਲੇ ਤਾਂ ਉਹ ਬੰਦਾ ਮਾਰ ਦਿੰਦੀ ਹੈ। ਇੱਕ ਤਾਂ ਸਾਡੇ ਵਰਗੇ ਪ੍ਰਚਾਰਕ ਨੇ, ਪਰ ਇੱਕ ਉਹ ਰੰਗੀਆਂ ਰੂਹਾਂ, ਜਦੋਂ ਉਹਨਾਂ ਦੀ ਗੱਲ ਕਹੀ ਤਾਂ ਉਹ ਵਾਕਈ ਸੀਨੇ 'ਚ ਛੇਦ ਕਰ ਗਏ। ਉਹ ਬੱਚਾ ਸੁਣਦਾ ਰਿਹਾ, ਸੁਣਦਿਆਂ ਬੱਚੇ ਦੇ ਮਨ ਦੇ ਵਿੱਚ ਵਿਚਾਰ ਬਣਾ ਲਈ ਵੀ ਮੈਂ ਵੀ ਅੰਮ੍ਰਿਤ ਛਕਣਾ, ਵੀ ਮੈਂ ਕਲਗੀਧਰ ਸੱਚੇ ਪਾਤਸ਼ਾਹ ਦਾ ਹੋ ਜਾਣਾ ਹੈ, ਮਹਾਰਾਜ ਦਾ ਅੰਮ੍ਰਿਤ ਛਕਣਾ ਜ਼ਰੂਰ। ਬੱਚਾ ਘਰ ਜਾ ਕੇ ਜਿੱਦ ਕਰਨ ਲੱਗ ਗਿਆ ਆਪਣੀ ਮਾਂ ਨੂੰ, ਕਹਿੰਦਾ ਮਾਤਾ ਲਾਸਟ ਵਾਲੇ ਦਿਨ ਅੰਮ੍ਰਿਤ ਛਕਾਉਣਾ ਹੈ ਸੰਤਾਂ ਨੇ, ਤੇ ਮੈਂ ਅੰਮ੍ਰਿਤ ਜ਼ਰੂਰ ਛਕਣਾ। ਉਹਦੀ ਮਾਂ ਇੱਕੋਦਮ ਗੁੱਸੇ ਹੋਈ, ਕਹਿੰਦੀ ਪੁੱਤਰ ਆਪਾਂ ਹਿੰਦੂ ਪਰਿਵਾਰ ਚੋਂ, ਆਪਾਂ ਸਿੱਖ ਨਹੀਂ ਹੈਗੇ, ਆਪਾਂ ਨਹੀਂ ਅੰਮ੍ਰਿਤ ਛਕਣਾ, ਆਪਾਂ ਹਿੰਦੂ, ਆਪਾਂ ਜਨੇਊ ਪਾਉਂਦੇ ਆ। ਕਹਿੰਦਾ ਨਹੀਂ ਮੈਂ ਅੰਮ੍ਰਿਤ ਛਕਣਾ ਹੀ ਛਕਣਾ। ਜਿੱਦ ਕੀਤੀ ਬਹੁਤ ਜ਼ਿਆਦਾ। ਮਾਂ ਗੁੱਸੇ ਵੀ ਹੁੰਦੀ ਏ, ਕਦੇ ਗੁੱਸੇ ਹੋ ਕੇ ਸਮਝਾ ਰਹੀ ਏ, ਕਦੇ ਗੁੱਸੇ ਹੋ ਕੇ ਸਮਝਾਉਂਦੀ, ਕਦੇ ਪਿਆਰ ਨਾਲ ਕਹਿੰਦੀ ਨਹੀਂ ਪੁੱਤਰਾ। ਜਦੋਂ ਬੱਚਾ ਨਾ ਮੰਨਿਆ, ਤਾਂ ਕਹਿੰਦੀ ਕੋਈ ਨਹੀਂ, ਤੇਰਾ ਪਿਓ ਆਏਗਾ ਰਾਤ ਨੂੰ, ਆਪਣੇ ਪਿਤਾ ਨੂੰ ਪੁੱਛ ਲਈ, ਜੇ ਉਹ ਆਗਿਆ ਦਿੰਦਾ ਹੈ ਤਾਂ ਤੂੰ ਅੰਮ੍ਰਿਤ ਛਕ ਲਈ। ਜਿੱਦ ਫੜ ਕੇ ਬਹਿ ਗਿਆ। ਕੋਈ ਵਿਰਲਾ ਹੀ ਹੈ। ਪਿਆਰਿਓ ਆਪਾਂ ਕੇਸ ਰੱਖਣ ਤੋਂ ਵੀ ਗਰੇਜ ਕਰਦੇ ਆਂ, ਪਰ ਨਹੀਂ ਸੰਗਤੇ। ਪਿਆਰਿਓ ਦੁਖੜੇ ਹਜ਼ਾਰ ਚੱਲੀਏ, ਪਿਆਰਿਓ ਦੁਖੜੇ ਹਜ਼ਾਰ ਚੱਲੀਏ, ਪਿਆਰਿਓ
दुखड़े हजार चलिए प्यारियो, दुखड़े हजार चलिए प्यारियो, दुखड़े प्यारियो, दुखड़े हजार चलिए। ओ बाण धर्म दी कदे ना छड्डीए, दुखड़े हजार चलिए। बाण धर्म दी कदे ना छड्डीए, दुखड़े हजार चलिए। बाण धर्म दी कदे ना छड्डीए, दुखड़े हजार चलिए। बा धर्म दी कदे ना छड्डीए, बा धर्म दी कदे ना छड्डीए, दुखड़े हजार चलिए। आ धर्म दी कदे ना छड्डीए, दुखड़े हजार चलिए। धर्म की बांह कदे भी नहीं छड्डनी चाहिए, भावें लख दुखड़े आए। दुख उदों ही आएगा ਜਦੋਂ ਆਪਾਂ ਗੁਰੂ ਨਾਨਕ ਦੀ ਬਾਂਹ ਛੱਡ ਦਿੰਨੇ ਤੇ ਕਲਗੀਧਰ ਸੱਚੇ ਪਾਤਸ਼ਾਹ ਦੀ ਬਾਂਹ ਛੱਡ ਦਿੰਨੇ। ਬੜੀਆਂ ਬੜੀਆਂ ਸਾਖੀਆਂ ਨੇ ਜਾਂ ਬੜੇ ਬੜੇ ਐਗਜ਼ਾਮਪਲਾਂ ਨੇ ਜਿਹੜੀਆਂ ਆਪਾਂ ਗੱਲਾਂ ਕਰੀਏ ਤਾਂ ਸਾਰਾ ਦਿਨ ਨਿਕਲ ਜਾਏਗਾ, ਪਰ ਜਿਹਨੇ ਬਾਂਹ ਫੜੀ ਉਹਨੂੰ ਦੁੱਖ ਨਹੀਂ ਹੈਗਾ। ਉਹ ਬਾਂਹ ਫੜਨੀ ਚਾਹੁੰਦਾ ਹੈ, ਬਾਹਮਣਾ ਦਾ ਬੱਚਾ, ਪੰਡਤਾਂ ਦਾ ਬੱਚਾ ਬਾਂਹ ਫੜਨੀ ਚਾਹੁੰਦਾ ਕਲਗੀਧਰ ਸੱਚੇ ਪਾਤਸ਼ਾਹ ਦੀ। ਮਨ ਦੇ ਵਿੱਚ ਸੱਟ ਵੱਜੀ ਹੈ ਵੀ ਕਿਉਂ ਸਦਾ ਨਹੀਂ ਰਹਿਣਾ, ਮੈਂ ਚਲੇ ਜਾਣਾ, ਮੈਂ ਮਹਾਰਾਜ ਦਾ ਹੋਣਾ ਹੀ ਹੋਣਾ। ਬੱਚਾ ਰੋਂਦਾ ਰਿਹਾ ਰਾਤ ਭਰ। ਰਾਤ ਨੂੰ 11 ਵਜੇ ਦੇ ਕਰੀਬ 11 ਵਜੇ ਦੇ ਨੇੜੇ ਤੇੜੇ ਉਹਦਾ ਪਿਓ ਆਇਆ। ਉਹ ਬਾਹਰੋਂ ਕਿਸੇ ਨਾਲ ਭਗਦਾ ਆ ਰਿਹਾ ਸੀ, ਪਹਿਲਾਂ ਹੀ ਲੜਿਆ ਕਿਸੇ ਨਾਲ। ਆ ਕੇ ਰੋਟੀ ਖਾਣ ਲੱਗਾ, ਉਹਦੀ ਮਾਂ ਕਹਿੰਦਾ, ਬੱਚੇ ਦੀ ਮਾਂ ਕਹਿੰਦੀ ਏ, ਕਹਿੰਦੀ ਪਤੀ ਦੇਵ ਮੇਰੀ ਗੱਲ ਸੁਣੋ। ਉਹ ਕਹਿੰਦਾ ਦੱਸੋ। ਕਹਿੰਦੀ ਬੱਚਾ ਆਪਣਾ ਅੰਮ੍ਰਿਤ ਛਕਣਾ ਚਾਹੁੰਦਾ, ਸਿੱਖ ਬਣਨਾ ਚਾਹੁੰਦਾ, ਮੈਂ ਸਮਝਾਉਣੀ ਆ, ਸਮਝਦਾ ਨਹੀਂ। ਉਹਨੇ ਪ੍ਰਸ਼ਾਦਾ ਵੀ ਨਾ ਖਾਧਾ, ਜਾ ਕੱਢ ਥੱਪੜ ਮਾਰਿਆ ਆਪਣੇ ਬੱਚੇ ਦੇ। ਕਹਿੰਦਾ ਦੁਬਾਰਾ ਨਾਂ ਨਾ ਲੈ ਜੀ ਇਸ ਘਰ ਦੇ ਵਿੱਚ, ਅਸੀਂ ਹਿੰਦੂ ਆ, ਅਸੀਂ ਸਿੱਖ ਨਹੀਂ ਬਣਦੇ। ਪਰ ਨਹੀਂ, ਬੱਚਾ ਕਹਿੰਦਾ ਮੈਂ ਛਕਣਾ ਹੀ ਛਕਣਾ ਅੰਮ੍ਰਿਤ। ਅਖੀਰਲੇ ਦਿਨ ਜਦੋਂ ਰੋਂਦਾ ਰਿਹਾ ਸਾਰੀ ਰਾਤ ਰੋ ਕੇ ਸਵੇਰੇ ਤਕਰੀਬਨ 2-3 ਵਜੇ ਚੜ੍ਹਾਈ ਕਰ ਗਿਆ। ਸਰੀਰ ਤੋਂ ਜਾਨ ਨਿਕਲ ਗਈ। ਜਦੋਂ ਜਾਨ ਨਿਕਲੀ, ਜਿਹੜੇ ਦਿਨ ਜਾਨ ਨਿਕਲੀ ਅੰਮ੍ਰਿਤ ਵੇਲੇ, ਉਸੇ ਦਿਨ ਹੀ ਅੰਮ੍ਰਿਤ ਸੰਚਾਰ ਹੋਣਾ ਸੀ। ਘਰ ਦੇ ਵਿੱਚ ਪਿੱਟ ਸਿਆਪਾ ਪੈ ਗਿਆ ਵੀ ਬੱਚਾ ਚੜ੍ਹਾਈ ਕਰ ਗਿਆ। ਮਾਂ ਰੋਂਦੀ ਏ, ਕਹਿੰਦੀ ਵੇ ਪੁੱਤਰਾ ਜੇ ਅਸੀਂ ਤੇਰੀ ਗੱਲ ਮੰਨ ਲੈਂਦੇ ਤਾਂ ਅੱਜ ਤੂੰ ਜਿਉਂਦਾ ਹੁੰਦਾ, ਫਿਰ ਕੀ ਹੁੰਦਾ ਜੇ ਤੂੰ ਸਿੱਖ ਬਣ ਜਾਂਦਾ। ਪਿਓ ਵੀ ਰੋਵੇ, ਮਾਂ ਵੀ ਰੋਵੇ, ਰੋ ਬੁਰਾ ਹਾਲ ਕਰਤਾ। ਸਵੇਰੇ ਜਦੋਂ ਅੰਮ੍ਰਿਤ ਸੰਚਾਰ ਹੋਣਾ ਸੀ, ਉਸੇ ਵੇਲੇ ਉਹ ਬੱਚੇ ਦਾ ਸੰਸਕਾਰ ਹੋਣਾ ਸੀ। ਸਾਰਾ ਪਿੰਡ ਇਕੱਠਾ ਹੋ ਗਿਆ ਤੇ ਗੁਰਦੁਆਰਾ ਸਾਹਿਬ ਦੇ ਕੋਲੋਂ ਹੀ ਜਿਹੜੀ ਉਹਦੀ ਸਵਾਰੀ ਲੈ ਕੇ ਜਾ ਰਹੇ ਸੀ, ਅੰਤਮ ਯਾਤਰਾ ਵਾਸਤੇ ਲੈ ਕੇ ਜਾ ਰਹੇ ਸੀ, ਤਾਂ ਉਹਨੂੰ ਗੁਰਦੁਆਰੇ ਦੇ ਕੋਲੋਂ ਨਿਕਲੇ। ਜਦੋਂ ਨਿਕਲੇ, ਅਰਥੀ ਉੱਥੇ ਗੁਰਦੁਆਰੇ ਦੇ ਕੋਲ ਰੱਖਤੀ ਤੇ ਉਹਦੀ ਮਾਂ ਉੱਚੀ ਰੌਲਾ ਪਾਉਣ ਲੱਗ ਗਈ। ਕਹਿੰਦੀ ਸਿੱਖੋ ਮੇਰੀ ਗੱਲ ਸੁਣੋ, ਵੇ ਮੇਰੀ ਗੱਲ ਸੁਣੋ, ਮੇਰਾ ਪੁੱਤਰ ਅੰਮ੍ਰਿਤ ਛਕਣਾ ਚਾਹੁੰਦਾ ਸੀ, ਚੱਲਾ ਹੁਣ ਆਖਰੀ ਯਾਤਰਾ ਕਰਕੇ ਦੇ ਮੁਖ 'ਚ 2 ਅੰਮ੍ਰਿਤ ਦੀਆਂ ਬੂੰਦਾਂ ਹੀ ਪਾ ਦਿਓ। ਵੇ ਸਿੱਖੋ ਮੇਰੇ ਤੇ ਤਰਸ ਕਰੋ। ਕਹਿੰਦੀ ਸਿੱਖੋ ਇਹਦੇ ਤੇ ਤਰਸ ਕਰੋ, ਇਹ ਤਰਲੇ ਕਰਦਾ ਮਰ ਗਿਆ। ਤਾਂ ਅੰਮ੍ਰਿਤ ਸੰਚਾਰ ਅੰਦਰ ਤਿਆਰ ਹੋ ਰਿਹਾ ਸੀ। ਅੰਮ੍ਰਿਤ ਤਿਆਰ ਹੋ ਚੁੱਕਿਆ ਸੀ। ਕਦੇ ਵੀ ਅੰਮ੍ਰਿਤ ਦਾ ਬਾਟਾ ਬਾਹਰ ਨਹੀਂ ਜਾਂਦਾ। ਜਿੱਥੇ ਅੰਮ੍ਰਿਤ ਸੰਚਾਰ ਹੁੰਦਾ ਉੱਥੇ ਹੀ ਅੰਮ੍ਰਿਤ ਛਕਾਇਆ ਜਾਂਦਾ ਹੈ। ਸਿੱਖਾਂ ਨੇ ਜਾ ਕੇ ਬਾਬਾ ਅਤਰ ਸਿੰਘ ਜੀ ਨੂੰ ਦੱਸਿਆ, ਕਹਿੰਦੇ ਬਾਬਾ ਜੀ ਇੱਕ ਬੇਨਤੀ ਹੈ। ਕਹਿੰਦੇ ਦੱਸੋ। ਕਹਿੰਦੇ ਬੱਚਾ ਚੜ੍ਹਾਈ ਕਰ ਗਿਆ, ਸਾਰੀ ਰਾਤ ਰੋਂਦਾ ਰਿਹਾ, ਇਦਾਂ ਕਰਕੇ ਗੱਲਾਂ ਹੋਈਆਂ ਨੇ ਤੇ ਹੁਣ ਚੜ੍ਹਾਈ ਕਰ ਗਿਆ ਤੇ ਉਹਦੀ ਮਾਂ ਕਹਿੰਦੀ ਏ ਵੀ ਅੰਮ੍ਰਿਤ ਛਕਾਇਆ ਜਾਵੇ ਮੇਰੇ ਪੁੱਤਰ ਨੂੰ, ਵੀ ਅੰਮ੍ਰਿਤ ਦੀਆਂ ਬੂੰਦਾਂ ਦਿਓ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਵੀ ਇਦਾਂ ਹੋ ਨਹੀਂ ਸਕਦਾ, ਮਰਿਆਦਾ ਤਾਂ ਜਿਉਂਦਿਆਂ ਨੂੰ ਅੰਮ੍ਰਿਤ ਛਕਾਉਣ ਦੀ ਹੈ। ਚਲੋ ਜਦੋਂ ਇਦਾਂ ਗੱਲਾਂ ਬਾਤਾਂ ਹੁੰਦੀਆਂ ਗਈਆਂ ਤਾਂ ਇੱਕ ਸਿੱਖ ਬੋਲਿਆ, ਕਹਿੰਦੇ ਬਾਬਾ ਜੀ
ਤੁਸੀਂ ਮਹਾਰਾਜ ਦੇ ਸਿੱਧੇ ਦਰਸ਼ਨ ਕਰਦੇ ਜੇ ਤੁਸੀਂ ਗੱਲ ਕਰੋ ਹਾਂ ਪਾਤਸ਼ਾਹ ਤੋਂ ਆਗਿਆ ਲੈ ਕੇ ਅੰਮ੍ਰਿਤ ਛਕਾ ਦਿਓ। ਜਦੋਂ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ, ਜੋ ਵੀ ਮਹਾਰਾਜ ਵੱਲੋਂ ਹੁਕਮ ਹੋਇਆ ਉਹ ਤਾਂ ਸਾਧੂ ਹੀ ਜਾਣਦਾ ਵੀ ਉਹਦੀ ਕਿਵੇਂ ਗੱਲ ਹੁੰਦੀ ਹੈ। ਉਹ ਲੈ ਕੇ ਪਾਤਸ਼ਾਹ ਤੋਂ ਆਗਿਆ ਤਾਂ ਬਾਬਾ ਜੀ ਨੇ ਫਿਰ ਉਦੋਂ ਅੰਮ੍ਰਿਤ ਦਾ ਬਾਟਾ ਬਾਹਰ ਕੱਢਿਆ ਜਿੱਥੇ ਉਹਦੀ ਅਰਥੀ ਰੱਖੀ ਸੀ। ਉੱਥੇ ਲਿਜਾ ਕੇ ਵੇਖੋ ਅੰਮ੍ਰਿਤ ਛਕਣ ਦੀ ਮਰਿਆਦਾ ਕੀ ਹੈ। ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ, ਆਪਣੇ ਜਦੋਂ ਮੁੱਖ ਦੇ ਵਿੱਚ ਚੂਲਾਂ ਪਾਣਗੇ, ਜਦੋਂ ਪਹਿਲੀ ਚੂਲ ਪਾਉਂਦੇ ਨੇ ਉਦੋਂ ਕਹਿੰਦੇ ਨੇ ਬੋਲ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਵਾਰੀ ਫਤਿਹ ਬੁਲਾਉਂਦੇ ਨੇ ਮੁੱਖ ਤੇ, 5 ਵਾਰੀ ਫਤਿਹ ਬੁਲਾਉਂਦੇ ਨੇ ਅੱਖਾਂ ਤੇ, 5 ਵਾਰੀ ਫਤਿਹ ਬੁਲਾਉਂਦਾ ਬੰਦਾ ਜਦੋਂ ਸਿਰ 'ਚ ਅੰਮ੍ਰਿਤ ਪੈਂਦਾ ਕੇਸਾਂ 'ਚ। ਤਾਂ ਹੁਣ ਮਰਿਆਦਾ ਦੇ ਅਨੁਸਾਰ ਬਾਬਾ ਜੀ ਜਦੋਂ ਗਏ ਤਾਂ ਬਾਬਾ ਜੀ ਜਾ ਕੇ ਸਿੰਘ ਦੇ ਕੋਲ ਚਲੇ ਗਏ ਉਹ ਬੱਚੇ ਦੇ। ਜਦੋਂ ਕਹਿੰਦੇ ਖੋਲੋ ਇਹਦਾ ਮੁੱਖ ਖੋਲੋ, ਜਦੋਂ ਮੁੱਖ ਖੋਲਿਆ ਤਾਂ ਬਾਬਾ ਜੀ ਨੇ ਚੂਲਾਂ ਪਾਈਆਂ ਮੁੱਖ ਦੇ ਵਿੱਚ, ਕਹਿੰਦੇ ਬੋਲ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਨਾਲ ਦੀ ਨਾਲ ਬੱਚਾ ਉੱਠ ਕੇ ਖਲੋ ਗਿਆ, ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ। ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਕਿਹਾ ਕਦੇ ਨਾ ਮੋੜਾਂ, 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 ਕਿਹਾ ਕਦੇ ਨਾ ਮੋੜਾਂ। ਮੈਂ ਤਾਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਮੈਂ ਵਸ ਹਾਂ ਭਗਤਾਂ ਦੇ, ਉਹਨਾਂ ਦਾ ਕਿਹਾ ਕਦੇ ਨਾ ਮੋੜਾਂ। ਕਹਿੰਦੇ ਬੋਲ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੀ ਉੱਠ ਕੇ ਬੱਚੇ ਨੇ ਫਤਿਹ ਬੁਲਾ ਦਿੱਤੀ। ਹੋ ਜਾਂਦਾ ਹੈ ਪਰ ਨਾਨਕ ਦਾਸ ਮੁਖ ਤੇ ਜੋ ਬੋਲੇ ਹੋ ਹਾਂ ਸੱਚ ਹੋਵੇ। ਦਾਸ ਹੋਣਾ ਚਾਹੀਦਾ, ਦਾਸ ਬਣਨਾ ਪੈਂਦਾ। ਆਪਾਂ ਸਿਆਣਿਆਂ ਦੇ ਕੋਲ ਘੁੰਮੀ ਜਾਂਦੇ ਆ, ਉਹ ਝੂਠਾ ਪਾਣੀ ਦੇਈ ਜਾਂਦਾ, ਫੂਕਾ ਮਾਰ ਕੇ ਜਾ ਤੇਰਾ ਕੰਮ ਹੋ ਜਾਏਗਾ। ਕੁਛ ਵੀ ਨਹੀਂ ਹੁੰਦਾ। ਬੜੇ ਬੜੇ ਸਿਆਣਿਆਂ ਕੋਲ ਦੁਨੀਆ ਜਾਈਏ ਪਰ ਹਾਰ ਚੁੱਕੇ ਨੇ ਲੋਕੀ। ਜਿੰਨਾ ਚਿਰ ਬੰਦਾ ਆਪਣੇ ਅੰਦਰ ਨਹੀਂ ਧਿਆਨ ਮਾਰਦਾ, ਮੇਰੇ ਅੰਦਰ ਕੀ ਹੈ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਬ੍ਰਹਮੰਡ ਹੈ ਸੋ ਪਿੰਡ ਹੈ, ਜੋ ਖੋਜੈ ਸੋ ਪਾਵੇ। ਜੋ ਬ੍ਰਹਮੰਡ ਦੇ ਵਿੱਚ ਵਾਹਿਗੁਰੂ ਅੰਦਰ ਹੈ ਆਪਣੇ, ਪਰ ਜਿਹੜਾ ਖੋਜੇਗਾ ਉਹੀ ਪਾਵੇਗਾ। ਖੋਜਣਾ ਪੈਂਦਾ, ਰੱਬ ਅੰਦਰ ਹੀ ਹੈ। ਜੇ ਤੂੰ ਬਾਣੀ ਪੜ੍ਹੇਗਾ ਨਾ, ਕਿਸੇ ਸਾਧ ਨੂੰ ਘਰ ਬੁਲਾਉਣ ਦੀ ਲੋੜ ਨਹੀਂ ਵੀ ਮੇਰੇ ਘਰ ਆ ਕੇ ਅਰਦਾਸ ਕਰੋ।
ਵੀ ਮੇਰੇ ਘਰ ਖੁਸ਼ੀਆਂ ਆਉਣ। ਜੇ ਤੂੰ ਬਾਣੀ ਪੜ੍ਹੇਗਾ ਖੁਸ਼ੀਆਂ ਆਪੇ ਆ ਜਾਣੀਆਂ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਵੇਖੋ ਆਪਾਂ ਗੱਲ ਕਰ ਰਹੇ ਸੀ ਬਾਬਾ ਅਤਰ ਸਿੰਘ ਜੀ ਦੀ। ਜਦੋਂ ਇੱਕ ਦਿਨ ਲਾਸਟ ਤੇ ਗੋਦਾਵਰੀ ਨਦੀ ਤੇ ਖੜੇ ਨੇ, ਸਰੀਰ ਵੀ ਥੱਕ ਚੁੱਕਾ, ਸਰੀਰ ਬਿਲਕੁਲ ਪਤਲਾ ਹੋ ਗਿਆ, ਸਰੀਰ 'ਚ ਵੀ ਤਾਕਤ ਨਹੀਂ ਹੈ। ਕਹਿੰਦੇ ਮਨ ਦੇ ਵਿੱਚ ਵਿਚਾਰ ਆਈ। ਕੀ ਵਿਚਾਰ ਆਈ? ਕਹਿੰਦੇ ਸਰੀਰ ਹੀ ਪੜਦਾ ਹੈ ਵੀ ਜਿਹੜਾ ਮੇਰਾ ਸਰੀਰ ਏ ਵੀ ਇਹਦੀ ਜਿਹੜੀਆਂ ਮੇਰੀ ਇਹ ਅੱਖਾਂ ਨੇ ਵੇਖ ਨਹੀਂ ਪਾ ਰਹੀਆਂ ਮਾਰਨ ਨੂੰ। ਨਾਨਕ ਸੇ ਅੱਖਣੀਆਂ ਬਿਆਨ ਜਿਨ੍ਹਾਂ ਦੇ ਸੰਦੋ ਮਾਂ ਪੇਰੀ। ਕਹਿੰਦੇ ਉਹ ਅੱਖਾਂ ਹੋਰ ਨੇ ਜਿਨ੍ਹਾਂ ਨੂੰ ਰੱਬ ਦਿਸਦਾ। ਕਹਿੰਦੇ ਮੇਰੀਆਂ ਅੱਖਾਂ ਸ਼ਾਇਦ ਵੇਖ ਨਹੀਂ ਪਾ ਰਹੀਆਂ, ਲੱਗਦਾ ਰੂਹ ਨੂੰ ਦਰਸ਼ਨ ਹੋਣਗੇ। ਵੇ ਸਰੀਰ ਦਾ ਹੀ ਪੜਦਾ, ਸਰੀਰ ਮਿਟਾ ਦੇਣਾ ਮੈਂ। ਗੋਦਾਵਰੀ ਦੇ ਕੰਢੇ ਖਲੋਤੇ ਨੇ, ਕੀ ਕਹਿੰਦੇ ਨੇ? ਕਹਿੰਦੇ ਸੱਚੇ ਪਾਤਸ਼ਾਹ ਹੁਣ ਮੈਂ ਆ ਰਿਹਾ, ਜੇ ਤੁਸੀਂ ਨਹੀਂ ਆਉਣਾ ਤੇ ਮੈਂ ਆ ਰਿਹਾ। ਉਹ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੇ। ਕਹਿੰਦੇ ਜੇ ਨਹੀਂ ਆਉਣਾ, ਜੇ ਤੂੰ ਮੈਨੂੰ ਐਵੇਂ ਰੱਖਣਾ, ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਇੱਕ ਅਰਦਾਸ ਆਪਾਂ ਵੀ ਕਰੀਏ ਮਹਾਰਾਜ ਨੂੰ। ਕਿਹੜੀ? ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਬਣ ਕੇ ਅਸੀਂ ਤੇਰੇ ਹੀ ਰਹਿਣਾ, ਬਣ ਕੇ ਅਸੀਂ ਤੇਰੇ ਹੀ ਰਹਿਣਾ। ਬਣ ਕੇ ਅਸੀਂ ਤੇਰੇ ਰਹਿਣਾ, ਬਣ ਕੇ ਅਸੀਂ ਤੇਰੇ ਰਹਿਣਾ। ਬਣ ਕੇ ਅਸੀਂ ਤੇਰੇ ਰਹਿਣਾ, ਬਣ ਕੇ ਅਸੀਂ ਤੇਰੇ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਤੇ ਸੱਚੇ ਪਾਤਸ਼ਾਹ ਹੁਣ ਭਾਵੇਂ ਜਿਵੇਂ ਮਰਜ਼ੀ ਕਰ ਲੋ, ਹੁਣ ਤਾਂ ਦਰਸ਼ਨ ਚਾਹੀਦੇ ਨੇ। ਛਾਲ ਮਾਰ ਦਿੱਤੀ ਗੋਦਾਵਰੀ ਨਦੀ 'ਚ ਬਾਬਾ ਜੀ ਨੇ। ਜਦੋਂ ਛਾਲ ਮਾਰੀ, ਜਦੋਂ ਗਰਦਨ ਤੱਕ ਪਾਣੀ ਆ ਗਿਆ ਨਾ, ਫਿਰ ਕਹਿੰਦੇ ਪ੍ਰੀਤਮ ਨੂੰ ਫਿਕਰ ਵੀ ਹੁੰਦੀ ਨਾ ਮੇਰਾ ਭਗਤ ਏ। ਫਿਰ ਲਾਜ ਰੱਖਣ ਜ਼ਰੂਰ ਆਉਂਦਾ ਪਰਮੇਸ਼ਰ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੀ। ਫਿਰ ਉਹਨੂੰ ਪੈਜ ਤਾਂ ਰੱਖਣੀ ਵੀ ਪੈਂਦੀ ਏ। ਮਾਰੀ ਆਵਾਜ਼ ਕਲਗੀਧਰ ਸੱਚੇ ਪਾਤਸ਼ਾਹ ਨੇ ਪਿੱਛੋਂ। ਕਹਿੰਦੇ ਅਤਰ ਸਿਆ, ਜਦੋਂ ਆਵਾਜ਼ ਮਾਰੀ ਨਾ, ਪਿੱਛੇ ਮੁੜ ਕੇ ਵੇਖਿਆ ਬਾਬਾ ਅਤਰ ਸਿੰਘ ਜੀ ਨੇ, ਕੋਈ ਵੀ ਨਹੀਂ। ਬਾਬਾ ਅਤਰ ਸਿੰਘ ਜੀ ਦੇ ਦਿਮਾਗ 'ਚ ਗੱਲ ਆਈ ਵੀ ਸ਼ਾਇਦ ਭੁਲੇਖਾ ਪੈ ਗਿਆ ਹੁਣ। ਫਿਰ ਡੁੱਬਣ ਲੱਗ ਗਏ। ਜਦੋਂ ਪਾਣੀ ਥੋੜਾ ਜਿਹਾ ਹੋਰ ਉੱਪਰ ਆ ਗਿਆ, ਫਿਰ ਆਵਾਜ਼ ਮਾਰਤੀ ਕਲਗੀਧਰ ਸੱਚੇ ਪਾਤਸ਼ਾਹ ਨੇ। ਕਹਿੰਦੇ ਅਤਰ ਸਿਆ ਮੈਂ ਆ। ਜਦੋਂ ਪਿੱਛੇ ਮੁੜ ਕੇ ਵੇਖਿਆ ਹੈ ਕੋਈ ਵੀ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਜੇ? ਹੇ ਕਲਗੀਧਰ ਸੱਚੇ ਪਾਤਸ਼ਾਹ ਤੁਸੀਂ ਹੋ? ਮਹਾਰਾਜ ਕਹਿੰਦੇ ਹਾਂ ਮੈਂ ਹੀ ਆ। ਆਵਾਜ਼ ਸੁਣਦੀ ਦਰਸ਼ਨ ਫੇਰ ਨਹੀਂ ਹੁੰਦੇ। ਤੁਹਾਨੂੰ ਜਿਗਰਾ ਜਿਹੜਾ ਝੱਲਦੇ ਨੇ ਭਗਤ। ਜਦੋਂ ਤੀਜੀ ਆਵਾਜ਼ ਮਾਰੀ, ਕਹਿੰਦੇ ਅਤਰ ਸਿਆ ਦੱਸ ਚਾਹੀਦਾ ਕੀ ਏ? ਕਿਹੜੀ ਗੱਲੋਂ ਜਾਨ ਗਵਾ ਰਿਹਾ?
ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸਭ ਜਾਣਦੇ ਜੇ, ਚਾਹੀਦੇ ਤੁਹਾਡੇ ਦਰਸ਼ਨ ਨੇ ਮੈਨੂੰ, ਤੁਹਾਡੇ ਦਰਸ਼ਨਾਂ ਨੂੰ ਮਨ ਤਰਸ ਗਿਆ, ਬੜੀ ਜ਼ਿੰਦਗੀ ਬੀਤ ਗਈ, ਹੁਣ ਤੁਹਾਡੇ ਬਿਨਾਂ ਰਿਹਾ ਨਹੀਂ ਜਾਂਦਾ। ਤਾਂ ਸੱਚੇ ਪਾਤਸ਼ਾਹ ਕਹਿੰਦੇ ਤਰਸਿਆ ਮੈਂ ਤੇਰੇ ਤੋਂ ਖੁਸ਼ ਹਾਂ, ਮੈਂ ਤੇਰੇ ਤੋਂ ਖੁਸ਼ ਹਾਂ, ਮੰਗ ਕੀ ਮੰਗਦਾ? ਕਹਿੰਦਾ ਸੱਚੇ ਪਾਤਸ਼ਾਹ ਦਰਸ਼ਨ ਦੇ ਦਿਓ, ਬਸ ਮੇਰੀ ਕੋਈ ਇੱਛਾ ਹੈ ਵੀ ਮੈਨੂੰ ਤੇਰੇ ਦਰਸ਼ਨ ਹੋ ਜਾਣ ਬਸ। ਤਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਅਤਰਸਿਆ ਦੱਸ ਕਿਵੇਂ ਦਰਸ਼ਨ ਦੇਵਾਂ? ਸੁਪਨੇ 'ਚ ਮਿਲਾਂ, ਸੁਰਤ ਦੇ ਵਿੱਚ ਮਿਲਾਂ, ਸੁਰਤ 'ਚ ਮਿਲਣਾ ਵੀ ਸਮਾਧੀ 'ਚ ਬਹਿ ਜਾਣਾ ਤੇ ਸਮਾਧੀ 'ਚ ਦਰਸ਼ਨ ਹੋਣੇ। ਕਹਿੰਦੇ ਸਮਾਧੀ 'ਚ ਮਿਲਾਂ ਕਿਵੇਂ, ਪ੍ਰਤੱਖ ਮਿਲਾਂ, ਬੋਲ ਦੱਸ ਕਿਵੇਂ? ਕਹਿੰਦਾ ਸੱਚੇ ਪਾਤਸ਼ਾਹ ਜੇ ਮੇਰੀ ਇੱਛਾ ਪੂਰੀ ਕਰਨੀ ਹੈ ਨਾ, ਜੇ ਤੁਸੀਂ ਤਰੁੱਠ ਗਏ ਜੇ ਤੇ ਕਿਰਪਾ ਕਰੋ, ਜਿਵੇਂ ਪੁਰਾਣੇ ਸਿੰਘਾਂ ਨੂੰ ਦਰਸ਼ਨ ਦਿੰਦੇ ਸੀ ਉਵੇਂ ਦਿਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਉਵੇਂ ਮਿਲੋ। ਤਾਂ ਸੱਚੇ ਪਾਤਸ਼ਾਹ ਕਹਿੰਦੇ ਅਤਰਸਿਆ ਕਹਿੰਦੇ ਰਾਤ ਨੂੰ 12 ਵਜੇ ਗੁਰਦੁਆਰਾ ਨਗੀਨਾ ਘਾਟ ਆ ਜੀ, ਜਾ ਤੈਨੂੰ ਅੱਜ ਦਰਸ਼ਨ ਦੇ ਦਿਆਂਗਾ। ਪਹਿਲਾਂ ਹੀ ਜਾ ਕੇ ਬਹਿ ਗਏ। ਰਾਤ ਨੂੰ 12 ਵਜੇ ਜਦੋਂ ਗੇਟ ਖੁੱਲਿਆ ਤਾਂ ਅੰਦਰ ਉਵੇਂ ਹੀ ਸਿੰਘ ਫਿਰਦੇ ਨੇ ਤੇ ਮਹਾਰਾਜ ਕਲਗੀਧਰ ਜੀ ਆਸਣ ਤੇ ਬੈਠੇ ਨੇ। ਉਹ ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ, ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਹਾਂ ਸੁਣਿਆ ਪਿਆਰਾ, ਹਾਂ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ, ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ, ਜੈਸਾ ਸੁਣਿਆ ਪਿਆਰਾ ਮੇਰਾ, ਡਿਠਾ ਨਾਲ ਅੱਖੀਆਂ ਦੇ। ਦਰਸ਼ਨ ਹੋ ਗਏ। ਦਰਸ਼ਨ ਕਰਕੇ ਸੱਚੇ ਪਾਤਸ਼ਾਹ ਦੇ ਨਿਹਾਲ ਹੋ ਗਏ। ਜਦੋਂ ਦਰਸ਼ਨ ਹੋਏ ਨਾ, ਉਹ ਤਾਂ ਕਿਸੇ ਨੂੰ ਕੀ ਪਤਾ ਕੀ ਹੋਇਆ ਹੋਣਾ, ਪਰ ਮਹਾਰਾਜ ਨੇ ਗੱਲ ਨਾਲ ਤਾਂ ਲਾਇਆ ਹੀ ਹੋਣਾ ਜਦੋਂ ਬਾਬਾ ਜੀ ਜਾ ਕੇ ਪੈਰੀ ਪਏ ਹੋਣਗੇ। ਐਸਾ ਤੱਕਿਆ ਮਹਾਰਾਜ ਨੇ, ਕਿੱਥੇ ਬਾਬਾ ਅਤਰ ਸਿੰਘ ਜੀ ਨੂੰ ਕੋਈ ਜਾਣਦਾ ਨਹੀਂ ਸੀ, ਐਸੀ ਮਿਹਰ ਕਰਤੀ। ਕਰਤਾ ਨਦਰ ਨਿਹਾਲ ਗੁਰਾਂ ਦੀ ਤੱਕਣੀ ਨੇ, ਕਰਤਾ ਨਦਰ ਨਿਹਾਲ ਗੁਰਾਂ ਦੀ ਤੱਕਣੀ ਨੇ, ਕਰਤਾ ਨਦਰ ਨਿਹਾਲ ਗੁਰਾਂ ਦੀ ਤੱਕਣੀ ਨੇ, ਕਰਤਾ ਨਦਰ ਨਿਹਾਲ ਗੁਰਾਂ ਦੀ ਤੱਕਣੀ, ਹਾਂ ਕਰਤਾ ਨਦਰ ਨਿਹਾਲ ਗੁਰਾਂ ਦੀ ਤੱਕਣੀ ਨੇ, ਕਰਤਾ ਨਦਰ ਨਿਹਾਲ ਗੁਰਾਂ ਦੀ ਤੱਕਣੀ ਨੇ, ਕਰਤਾ ਨਦਰ ਨਿਹਾਲ, ਕਰਤਾ ਨਦਰ ਨਿਹਾਲ, ਕਰਤਾ ਨਦਰ ਨਿਹਾਲ,
करता नदर निहाल, करता नदर निहाल, करता नदर निहाल, करता नदर निहाल गुरां दी तकनी ने, 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 करता नदर निहाल गुरां दी तकनी ने। ਇਹੋ ਜਿਹਾ ਤੱਕਿਆ ਫਿਰ ਨਦਰੋ ਨਦਰ ਨਿਹਾਲ ਕਰਤਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਹਦੇ ਤੇ ਮਿਹਰ ਕਰੇ। ਜੇ ਆਪਾਂ ਬੈਠਿਆਂ ਸਮਝੋ ਮਿਹਰ ਹੋ ਰਹੀ ਏ, ਬੈਠੇ ਆ ਨਾ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਬੈਠਿਆਂ ਸਮਝੋ ਮਿਹਰ ਹੈ। ਜਿਹੜਾ ਹੁਣ ਜਾ ਕੇ ਬਾਹਰ ਜਾ ਕੇ ਪੱਲਾ ਝਾੜ ਦੇ ਫਿਰ ਉਹਦਾ ਵੀ ਕੁਝ ਨਹੀਂ ਬਣ ਸਕਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈ ਹੈ ਫੂਕ। ਕਹਿੰਦੇ ਜਿਵੇਂ ਬਾਂਸ ਦੇ ਵਿੱਚੋਂ ਫੂਕਾਂ ਮਾਰੀ ਜਾਈ ਉਹ ਬੰਸਰੀ ਥੋੜਾ ਵੱਜਣੀ ਹੈ, ਉਹ ਹਾਲ ਆਪਣਾ ਹੈ। ਸੱਚਾ ਸਤਿਗੁਰ ਵੀ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਤੂੰ ਆਪ ਨਹੀਂ ਝੋਲੀ ਅੱਗੇ ਕਰਦਾ। ਸੋ ਮਹਾਰਾਜ ਸਾਹਿਬ ਨੇ ਦਰਸ਼ਨ ਦਿੱਤੇ, ਵੇਖੋ ਬਾਬਾ ਅਤਰ ਸਿੰਘ ਜੀ ਨੂੰ, ਤੇ ਮਹਾਰਾਜ ਜੀ ਨੇ ਹੁਕਮ ਕਰਕੇ ਭੇਜਿਆ, ਕਹਿੰਦੇ ਹੁਣ ਤੂੰ ਇੱਥੇ ਨਹੀਂ ਰਹਿਣਾ, ਹੁਣ ਤੂੰ ਪੰਜਾਬ ਜਾ ਕੇ ਅੰਮ੍ਰਿਤ ਸੰਚਾਰ ਕਰ, ਜਾ ਕੇ ਅੰਮ੍ਰਿਤ ਸੰਚਾਰ ਕਰ, ਦੁਨੀਆ ਨੂੰ ਜੋੜ। ਫਿਰ ਬਾਬਾ ਜੀ ਨੇ ਬੜੀਆਂ ਸਥਾਵਾਂ ਤੇ ਰਹੇ, ਗੁੱਜਰਾਂ ਵਾਲੇ ਵੀ ਰਹੇ। ਗੁੱਜਰਾਂ ਵਾਲੇ ਬਾਬਾ ਜੀ ਨੇ ਫਿਰ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਵਾਰੀ 2 ਮਹੀਨੇ ਸਮਾਧੀ ਲਾਈ, ਫਿਰ 6 ਮਹੀਨੇ ਦੀ ਲਾਈ। ਫਿਰ ਜਿਹੜੇ ਘਰ ਰਹਿੰਦੇ ਸਨ ਉਹ ਕਹਿੰਦੇ ਬਾਬਾ ਜੀ ਤੁਸੀਂ ਇੰਨੀਆਂ ਸਮਾਧੀਆਂ ਲਾਉਂਦੇ ਜੇ, ਖਾਂਦੇ ਕੁਛ ਹੈ ਨਹੀਂ, ਇਹ ਨਾ ਹੋਵੇ ਵੀ ਸਰੀਰ ਚੋਂ ਪ੍ਰਾਣ ਹੀ ਨਾ ਨਿਕਲ ਜਾਣ। ਉਹ ਕਹਿੰਦੇ ਨਹੀਂ ਮੈਂ ਹੁਣ ਇੱਕ ਸਮਾਧੀ ਲਾਉਣੀ ਹੈ, ਫਿਰ ਨਹੀਂ ਲਾਉਂਦਾ। ਫਿਰ ਬਾਬਾ ਜੀ ਨੇ 1 ਸਾਲ ਦੀ ਸਮਾਧੀ ਲਾਈ ਪੂਰੀ। ਕਹਿੰਦੇ ਫਿਰ ਜਦੋਂ ਬਾਹਰ ਨਿਕਲੇ ਸਰੀਰ ਦੇ ਉੱਪਰ ਮਾਸ ਤਾਂ ਬਿਲਕੁਲ ਨਹੀਂ ਸੀ, ਪਰ ਜਿਹੜਾ ਚਿਹਰੇ ਤੇ ਨੂਰ ਸੀ ਉਹ ਵੱਖਰਾ ਹੀ ਸੀ। ਜਿਹੜਾ ਚਿਹਰੇ ਦਾ ਨੂਰ ਸੀ ਉਹ ਕੁਝ ਦੱਸਦਾ ਸੀ ਵੀ ਕੁਝ ਹੈ ਬੰਦੇ। ਵੇਖੋ ਉਹਨਾਂ ਨੇ ਤੇ ਜੀਵਨ ਸਫਲ ਕਰ ਲਿਆ। ਸੰਗਤੇ ਆਪਾਂ ਵੀ ਜੀਵਨ ਸਫਲ ਕਰੀਏ। ਨਿਰਾਪੁਰੇ ਆਪਾਂ ਆਖੀ ਜਾਂਦੇ ਸਾਡੇ ਗੋਡੇ ਦੁਖਦੇ ਨੇ, ਸਾਡਾ ਪੁੱਤਰ ਬਾਹਰ ਚਲ ਜੇ, ਸਾਡਾ ਕੰਮ ਚੱਲ ਜੇ, ਪਰ ਸੰਗਤੇ ਨਹੀਂ, ਉਹ ਸੱਚੇ ਦੇਸ਼ ਦੀ ਅਰਦਾਸ ਕਰੀਏ ਵੀ ਦਾਤਾ ਸਾਨੂੰ ਥਾਂ ਦੇਵੇ, ਉਹ ਮਿਹਰ ਕਰੇ, ਉਹ ਸਾਨੂੰ ਗੱਲ ਨਾਲ ਲਾਵੇ, ਤਾਂ ਹੀ ਜ਼ਿੰਦਗੀ 'ਚ ਆਉਣ ਦਾ ਫਾਇਦਾ ਹੈ। ਨਹੀਂ ਤਾਂ ਪੈਸਾ ਤਾਂ ਸਾਡੇ ਬਜ਼ੁਰਗਾਂ ਨੇ ਵੀ ਕਮਾਇਆ, ਅਸੀਂ ਵੀ ਕਮਾਇਆ, ਸਾਰਿਆਂ ਨਹੀਂ ਚਲੇ ਜਾਣਾ। ਕੁਛ ਨਹੀਂ ਹੈਗਾ, ਇੱਕ ਨਾਮ ਹੀ ਨਾਲ ਜਾਣਾ। ਨਾਮ ਤੋਂ ਬਿਨਾਂ ਕਿਸੇ ਨੇ ਸਹਾਇਤਾ ਨਹੀਂ ਕਰਨੀ। ਜੇ ਆਪਾਂ ਜੁੜੇ ਰਵਾਂਗੇ ਤਾਂ ਮਹਾਰਾਜ ਕਿਰਪਾ ਕਰੇਗਾ, ਨਹੀਂ ਤਾਂ ਟੁੱਟੇ ਹੀ ਤਾਂ ਦੁਨੀਆ ਫਿਰਦੀ। ਸੋ ਆਓ ਮਹਾਰਾਜ ਸਾਹਿਬ ਅੱਗੇ ਅਰਦਾਸ ਬੇਨਤੀ ਕਰੀਏ। ਆਖਰੀ ਧਾਰਨਾ ਫਿਰ ਇਸ ਤੋਂ ਬਾਅਦ ਸਮਾਪਤੀ ਕਰਦੇ ਹਾਂ। ਲੜ ਲੱਗਿਆ ਗੁਰੂ ਜੀ ਤੇਰੇ, ਲੱਗਿਆ ਗੁਰੂ ਜੀ ਤੇਰੇ, ਲੜ ਲੱਗਿਆ ਗੁਰੂ ਜੀ ਤੇਰੇ, ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ। ਸਾਰੇ ਬੋਲੋ ਲੱਗਿਆ ਗੁਰੂ ਜੀ ਤੇਰੇ, ਸਾਰੇ ਬੋਲੋ ਲੜ ਲੱਗਿਆ ਗੁਰੂ ਜੀ ਤੇਰੇ, ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ, ਪੱਲੇ ਨਾਲ ਲਾਈ ਰੱਖਿਓ। ਲੱਗਿਆ ਹੋ ਪੱਲੇ ਨਾਲ ਲਾਈ ਰੱਖਿਓ। ਇੱਕ ਮੈਂ ਹੋਰ ਬੇਨਤੀ ਕਰਨੀ ਹੈ। ਅੱਜ ਕੱਲ ਨਾ ਮਾਫ ਕਰਨਾ, ਕਿਸੇ ਧਰਮ ਦਾ ਨਾਂ ਨਹੀਂ ਲੈਣਾ ਚਾਹੀਦਾ। ਉਹ ਜਿਹੜੇ ਅੱਜ ਕੱਲ ਨਾ ਪਖੰਡੀ ਜੇ ਚੱਲੇ ਨੇ, ਉਹ ਜਾਦੂ ਮਾਰ ਕੇ ਬੰਦੇ ਨੂੰ ਜਿਉਂਦਾ ਕਰ ਦਿੰਦੇ ਨੇ, ਲੱਤਾਂ ਤੋਂ ਖੜਾ ਕਰ ਦਿੰਦੇ ਨੇ। ਆਪਾਂ ਬੜਾ ਵੇਖਦੇ ਆ, ਉਹ ਆਪਣੇ ਧਰਮ ਨਾਲ ਜੋੜਦੇ ਪਏ ਨੇ। ਮੈਂ ਵੀ ਸੁਣਿਆ ਵੀ ਸਾਡੇ ਆਲੇ ਦੁਆਲੇ ਪਿੰਡਾਂ 'ਚ ਵੀ ਲੋਕੀ ਉਹ ਧਰਮ ਛੱਡ ਕੇ ਉਹਨਾਂ ਦੇ ਧਰਮ 'ਚ ਰਲ ਗਏ ਨੇ। ਸੰਗਤੇ ਸੁਚੇਤ ਰਹੋ, ਇੱਕੋ ਹੀ ਗੱਲ ਦਿਮਾਗ 'ਚ ਪਾ ਲਓ, ਤੇਰੇ ਦਰ ਤੋਂ ਬਿਨਾਂ ਨੀ ਦਰ ਕੋਈ, ਦਰ ਤੋਂ ਬਿਨਾਂ ਨੀ ਦਰ ਕੋਈ, ਕਿਹੜੇ ਦਰ ਜਾਵਾਂ ਮਾਲਕਾ, ਕਿਹੜੇ ਦਰ ਜਾਵਾਂ ਮਾਲਕਾ, ਕਿਹੜੇ ਦਰ ਜਾਵਾਂ ਮਾਲਕਾ। ਤੋਂ ਬਿਨਾਂ ਨੀ ਦਰ ਕੋਈ,
तेरे दर तो बिना नहीं दर कोई, केड़े दर जावा मालिका, केड़े दर जावा मालिका, केड़े दर जावा मालिका। तेरे दर तो बिना नहीं दर कोई, तेरे दर तो बिना नहीं दर कोई, केड़े दर जावा मालिका, केड़े दर जावा मालिका, केड़े दर जावा मालिका। बस ਇੱਕੋ ਹੀ ਗੱਲ ਦਿਮਾਗ 'ਚ ਰੱਖੋ ਵੀ ਸੱਚੇ ਪਾਤਸ਼ਾਹ ਤੇਰੇ ਦਰ ਤੋਂ ਬਿਨਾਂ ਨਹੀਂ ਜਾਣਾ। ਕਿਸੇ ਪਖੰਡੀ ਦੇ ਮਗਰ ਨਾ ਲੱਗੀਏ। ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ग्रंथ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ दे ਦੇ ਆ ਜਦੋਂ ਮੰਨਾਂਗੇ ਫੇਰ ਹੀ ਪਤਾ ਲੱਗਣਾ ਵੀ ਦੇ ਵਾਕੀ ਦੇ ਆ। ਜਿੱਦਣ ਜਾਨ ਨਿਕਲ ਜਾਣੀ ਹੈ ਨਾ ਉਦੋਂ ਹੀ ਪਤਾ ਲੱਗਣਾ ਜਦੋਂ ਘਰ ਅਖੰਡ ਪਾਠ ਸਾਹਿਬ ਹੋਣਾ ਹੈ। ਇੱਕ ਵਾਰੀ ਰੂਹ ਉੱਥੇ ਜ਼ਰੂਰ ਹੁੰਦੀ ਜਦੋਂ ਘਰ ਅਖੰਡ ਪਾਠ ਸਾਹਿਬ ਹੁੰਦਾ, ਫਿਰ ਉਦੋਂ ਰੂਹ ਨੂੰ ਪਤਾ ਲੱਗਦਾ ਵੀ ਇਹੀ ਗੁਰੂ ਹੈ। ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ग्रंथ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਛੱਡ ਦਈਏ। ਮਾਫ ਕਰਨਾ, ਸਾਡੇ ਗੁਰਦੁਆਰੇ 'ਚ ਅੱਜ ਮੈਂ ਸਾਡੇ ਪਿੰਡ ਦੀ ਲੌਸਮੈਂਟ ਮੈਂ ਸੁਣੀ ਹੈ। ਕਹਿੰਦੇ ਪੀਰ ਤੇ ਸਫਾਈ ਕਰੋ ਜਾ ਕੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬਾਬਾ ਜੀ ਕਹਿਣਾ ਨਹੀਂ ਚਾਹੀਦਾ, ਉਹ ਗ੍ਰੰਥੀ ਦਾ ਕੋਈ ਕਸੂਰ ਨਹੀਂ, ਗ੍ਰੰਥੀ ਨੂੰ ਦਬਕਾਉਂਦੇ ਨੇ। ਉਹ ਕਹਿੰਦਾ ਗ੍ਰੰਥੀ ਸਿੰਘ ਦੀ ਆਵਾਜ਼ ਆਈ, ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਕਿਹਾ ਜੀ ਲੌਸਮੈਂਟ ਸੁਣੋ ਵੀ ਖਬਰੇ ਕੋਈ ਚਾਈ ਦੀ ਗੱਲ ਹੋਣੀ ਹੈ। ਕਹਿੰਦਾ ਪੀਰ ਤੇ ਭੰਡਾਰਾ ਹੈ, ਪੀਰ ਤੇ ਪਹੁੰਚਣਾ ਹੈ, ਸੇਵਾ ਕਰਨੀ ਹੈ, ਸਫਾਈ ਕਰਨੀ ਹੈ, ਛੇਤੀ ਪਹੁੰਚੋ। ਦੱਸੋ ਗੁਰੂ ਘਰ ਤੋਂ ਇਹ ਆਵਾਜ਼ ਆ ਰਹੀ ਹੈ, ਕਬਰਾਂ ਨਾਲ ਗੁਰੂ ਘਰ ਜੋੜਦਾ ਪਿਆ। ਸ਼ਰਮ ਉਹਨੂੰ ਆਣੀ ਚਾਹੀਦੀ ਜਿਹੜਾ ਇਹੋ ਜਿਹੇ ਗ੍ਰੰਥੀਆਂ ਨੂੰ ਦਬਕਾ ਕੇ ਤੇ ਉਹਨਾਂ ਨੂੰ ਧੱਕੇ ਨਾਲ ਇਹੋ ਜਿਹੇ ਲੌਸਮੈਂਟਾਂ ਕਰਾਉਂਦਾ। ਪਰ ਸੰਗਤ ਇੱਕ ਗੱਲ ਧਿਆਨ ਰੱਖੋ, ਲੇਖਾ ਦੇਣਾ ਪੈਣਾ ਏ, ਲੇਖਾ ਦੇਣਾ ਪੈਣਾ ਏ, लेखा देना पैना है, लेखा देना पैना, हाँ लेखा देना पैना है, लेखा देना पैना है, ਲੇਖਾ ਦੇਣਾ ਪੈਣਾ ਏ, ਲੇਖਾ ਦੇਣਾ ਪੈਣਾ, लेखा देना पैना है, लेखा देना पैना। ਓਏ ਡਰ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਡਰ ਰੇ ਡਰ ਰੇ ਪਾਪਾਂ ਤੋਂ ਡਰ, डर रे डर रे डर रे पापा तो डर, डर रे डर रे डर रे पापा तो डर, डर रे डर रे डर रे पापा तो डर, डर रे डर रे डर रे पापा तो डर। ਲੇਖਾ ਦੇਣਾ ਪੈਣਾ ਏ, ਲੇਖਾ ਦੇਣਾ ਪੈਣਾ, लेखा देना पैना है, लेखा देना पैना, हाँ लेखा देना पैना है, लेखा देना पैना है। ਓਏ ਡਰ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਡਰ ਰੇ ਡਰ ਰੇ ਪਾਪਾਂ ਤੋਂ ਡਰ, डर रे डर रे डर रे पापा तो डर, डर रे डर रे डर रे पापा तो डर। ਡਰ ਨਰ ਅਚੇਤ ਪਾਪ ਤੇ ਡਰ। ਕਹਿੰਦੇ ਤੂੰ ਜਾਣ ਕੇ ਤੇ ਕੀ ਕਰਨਾ, ਤੇਰੇ ਤੋਂ ਅਚਨਚੇਤ ਵੀ ਪਾਪ ਨਾ ਹੋਵੇ। ਸੋ ਸਿੱਖੋ ਸਮਝਣਾ ਚਾਹੀਦਾ, ਆਪਾਂ ਕਲਗੀਧਰ ਪਾਤਸ਼ਾਹ ਦੇ ਸਿੱਖਾਂ। ਜਦੋਂ ਸਾਡੇ ਤੇ ਜ਼ੁਲਮ ਹੁੰਦਾ ਸੀ ਕਿਸੇ ਨੇ ਨਹੀਂ ਆਵਾਜ਼ ਉਠਾਈ, ਕੋਈ ਪੀਰ ਨਹੀਂ ਉੱਠਿਆ, ਕੋਈ ਫਕੀਰ ਨਹੀਂ ਉੱਠਿਆ, ਕੋਈ ਸਾਧੂ ਨਹੀਂ ਉੱਠਿਆ, ਕੋਈ ਸੰਤ ਨਹੀਂ ਉੱਠਿਆ। ਉਦੋਂ ਕਿਉਂ ਨਹੀਂ ਇਹ ਸੰਤ ਉੱਠੇ? ਪਤਾ ਸੀ ਨਾ ਵੀ ਅਗਲਾ ਟੰਗ ਦੇਗਾ। ਹੁਣ ਤਾਂ ਉੱਠ ਕੇ ਨਹੀਂ, ਹੁਣ ਕਿਹੜਾ ਕਿਸੇ ਨੇ ਕਹਿਣਾ। ਪਰ ਵਿਰਲੇ ਵਿਰਲੇ ਸੂਰਮੇ ਨੇ ਜਿਹੜੇ ਜੰਗਾਂ 'ਚ ਲੜਦੇ ਰਹੇ। ਕਿਹਦੇ ਪਿੱਛੇ ਲੜੇ? ਵੀ ਸਾਡੇ ਆਉਣ ਵਾਲੀ ਪੀੜ੍ਹੀਆਂ ਸੁਖੀ ਵਸਣ। ਪਰ ਆਪਾਂ ਭੁੱਲਦੇ ਜਾਣ ਰਹੇ ਆ। ਭੁੱਲੀਏ ਨਾ, ਆਓ ਜਿੰਨਾ ਵੀ ਹੋ ਸਕਦਾ ਉਹਨਾਂ ਜ਼ੋਰ ਲਾਈਏ ਵੀ ਆਪਾਂ ਆਪਣੇ ਪੰਥ ਦਾ ਵਾਧਾ ਕਰੀਏ। ਜਿੰਨੀ ਵੀ ਸੰਗਤ ਬੈਠੀ ਏ, ਮਾਈ ਭਾਈ, ਜਿੰਨੀਆਂ ਵੀ ਬੀਬੀਆਂ ਜਾਂ ਭਾਈ ਬੈਠੇ ਨੇ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, 10ਵੇਂ ਮਹੀਨੇ 27 ਤਰੀਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਮਨਾਵਾਂਗੇ। ਉਦੋਂ ਅੰਮ੍ਰਿਤ ਸੰਚਾਰ ਕਰਾਵਾਂਗੇ। ਜਿੰਨੇ ਉਦੋਂ ਛਕਣਾ ਉਦੋਂ ਛਕ ਲਏ। ਜਿਹੜਾ ਡਰ ਗਿਆ, ਜਿਹਦੇ ਮਨ 'ਚ ਸੱਚ ਬਹਿ ਗਿਆ, ਉਹ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕ ਸਕਦਾ। ਬੁੱਧਵਾਰ ਤੇ ਐਤਵਾਰ ਆਨੰਦਪੁਰ ਸਾਹਿਬ ਵੀ ਛਕਾਉਂਦੇ ਨੇ। ਜਿਹਦੇ ਮਨ 'ਚ ਭੌ ਹੈਗਾ ਉਹ ਜ਼ਰੂਰ ਛਕੇ। ਜਿਹਨੂੰ ਡਰ ਨਹੀਂ ਹੈਗਾ, ਜਿਹੜਾ ਸੋਚਦਾ ਵੀ ਮੈਂ ਅੱਗੇ ਛਿੱਤਰ ਖਾਣ ਨੂੰ ਤਿਆਰ ਹਾਂ,
ਵੀ ਮੈਂ ਜਮਾਂ ਦੀ ਮਾਰ ਖਾ ਸਕਦਾ ਹਾਂ ਭਾਵੇਂ ਨਾ ਕਰੇ। ਫਿਰ ਆਪਣੀਆਂ ਕੀਤੀਆਂ ਆਪ ਨਿਬੇੜੀਆਂ ਪੈਣੀਆਂ ਨੇ। ਜਿਹਾ ਬੀਜੈ ਸੋ ਲਾਉਣਾ ਕਰਮਾ ਸੰਦੜਾ ਖੇਤ। ਸੋ ਆਓ ਮਹਾਰਾਜ ਸਾਹਿਬ ਕਿਰਪਾ ਕਰਨ। ਜਿੰਨੀ ਵੀ ਸੰਗਤ ਆਈ ਹੈ ਸਭ ਦੀ ਮਹਾਰਾਜ ਸਾਹਿਬ ਹਾਜ਼ਰੀ ਪ੍ਰਵਾਨ ਕਰਨ। ਸਾਰੀ ਸੰਗਤ ਨੂੰ ਜੀ ਆਇਆਂ। ਕਦਮ ਕਦਮ ਚੱਲਿਆ ਸਾਡੇ ਸਿਰ ਮੱਥੇ। ਸੰਗਤ ਨੂੰ ਬੇਨਤੀ ਵੀ ਅਗਲੀ ਦਸਵੀਂ 5 ਸਤੰਬਰ ਦੀ ਹੈ। ਦਿਨ ਸੋਮਵਾਰ ਹੋਏਗਾ। ਜਿਹੜੀ ਸੰਗਤ ਐਤਵਾਰ ਮਿਲਣ ਆਉਂਦੀ ਉਹ ਤਾਂ ਨਾ ਆਵੇ, ਸੋਮਵਾਰ ਹੀ ਆ ਜਾ। ਸੰਗਤ ਲੇਟ ਆਉਂਦੀ ਏ, ਸੰਗਤ ਨੂੰ ਬੇਨਤੀ ਪਹਿਲਾਂ ਆਇਆ ਕਰੇ। ਐਤਵਾਰ ਨੂੰ ਨਾ ਆਵੇ ਸੰਗਤ, ਸੋਮਵਾਰ ਦੀ ਦਸਵੀਂ ਹੋਏਗੀ 5 ਤਰੀਕ ਦੀ, ਤੇ ਟਾਈਮ ਨਾਲ ਆ ਜਾਓ ਸੰਗਤ ਨੂੰ। ਸਾਰੀ ਬੇਨਤੀ ਹੈ ਆਪ ਅਗਲੇ ਮਹੀਨੇ ਦੇ ਐਤਵਾਰ ਨਾ ਆਇਓ। ਮਤਲਬ ਇੱਕ ਤੇ ਇਸ ਐਤਵਾਰ ਆਣਾ ਬੰਦ ਕਰ ਦੋ। ਮਤਲਬ ਜਿਹੜਾ ਸੋਮਵਾਰ ਦੀ ਦਸਵੀਂ ਹੋਏਗੀ 5 ਤਰੀਕ ਦੀ ਤੇ 4 ਤਰੀਕ ਦਾ ਐਤਵਾਰ ਹੈ, ਐਤਵਾਰ ਨੂੰ ਨਾ ਆਇਓ। ਜਿੰਨੇ ਆਉਣਾ ਆ ਵੀ ਸਕਦਾ ਹੈ, ਪਰ ਇਹ ਹੈ ਸੋਮਵਾਰ ਨੂੰ ਜ਼ਰੂਰ ਆਇਓ ਦਸਵੀਂ ਤੇ। 5 ਸਤੰਬਰ ਦੀ ਦਸਵੀਂ। ਰਾਮਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ। ਹਾਂਜੀ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰਾਟ ਸੁਆਮੀ ਸੋ ਕਮਲ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ। ਨਾਮ ਮੇਰਾ ਆਦਾ ਸਾਚ ਨਾਮ ਆਦਾ ਮੇਰਾ ਦਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਇੱਛਾ ਸਭ ਪੁਜਾਈਆਂ। ਸਦਾ ਗੁਰ ਵਿਟੂ ਜਿਸ ਦੀਆਂ ਇਹ ਵਡਿਆਈ। ਹਾਂਜੀ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਸਦਾ ਜਿਤ ਕਰਤਾਰੀਆਂ। ਪੰਜ ਦੂਤ ਤੁਧ ਵਸ ਕੀਤੇ ਕਾਰ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ। ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰਦੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਾਤ ਗੁਣ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋ। ਹਾਂਜੀ ਪਵਨ ਗੁਰੂ ਖਾਣੀ ਪਤਾ ਮਾਤਾ ਧਰਤ ਮਹਾਤ। ਦਿਵਸ ਰਾਤ ਦੁਇ ਦਾਈ ਦਾਇਆ ਪੀਲੇ ਸਗਲ ਜਗਤ। ਚੰਗਿਆਈਆਂ ਵਰਿਆਈਆਂ ਵਾਚਾ ਧਰਮ ਹਦੂ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਮ ਚਨੀ
ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਦੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੱਜ ਕੇ ਬੁਲਾਵੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ